ਹੂੰ ਮੈਂ ਤੇ ਉਹ ਇਸੇ ਘਰ ਜੀ ਉਹ ਬਸ ਨਖਰੇ ਬਹੁਤ ਕਰਦੇ। ਮੈਂ ਖੁਦਾ ਮੇਰੇ ਹੱਥ ਮੇਰਾ ਜੋੜਨਾ ਤੇ ਮੈਂ ਤੇ ਮਾਫੀ। ਅਬਾਸ ਸਾਹਿਬ ਕਿੰਨੇ ਬਾਲ ਜੰਮੇ ਨੇ? 5 ਨਹੀਂ 5 ਨਹੀਂ 4 4 ਚੋਂ ਇੱਕ ਤੇ ਵਿਆਹ ਕੇ ਮਗਰੋਂ ਗਏ ਨੇ। ਤੇ ਤੁਹਾਨੂੰ ਪਹਿਲੇ ਨਹੀਂ ਪਤਾ ਲੱਗਿਆ ਕਿ ਬਦਤਮੀਜ਼ ਹੈ ਜੀ? ਬਦਤਮੀਜ਼ ਕੀ ਦੇਖੋ ਔਰਤ ਜਿਹੜੀ ਆਪਣੇ ਬੰਦੇ ਦਾ ਗਿਲਾ ਕਰੇ ਅੱਗੇ ਪਿੱਛੇ, ਕਿਆ ਉਹ ਤੁਸੀਂ ਪਿਆਰ ਕਰੋਗੇ? ਉਹ ਤੇ ਅੱਛੀ ਔਰਤ ਨਹੀਂ ਹੁੰਦੀ। ਹੁਣ ਇਹ ਵੀ ਪਤਾ ਲੱਗਾ ਸੀ ਕਿ ਮੈਂ 2010 'ਚ ਗਿਆ ਹਾਂ ਤੇ ਮੈਨੂੰ ਕਿਸੇ ਔਰਤ ਨੇ ਦੱਸਿਆ ਇੱਥੋਂ ਨਿਕਲ ਜਾ, ਨਹੀਂ ਤੇ ਇਹਨਾਂ ਤੈਨੂੰ ਜ਼ਹਿਰ ਦੇ ਖੜਨੇ। ਦੱਸੋ ਉਸ ਔਰਤ ਨੂੰ ਮੇਰਾ ਰੱਖੇਗਾ? ਮੈਂ ਉਹਨੂੰ ਤਲਾਕ ਦੇ ਕੇ ਤੇ ਮੈਂ ਆਪੀ ਤੇ ਜਰਮਨੀ ਆਣ ਮੈਂ ਜਾਨ ਛੁਡਾਈ ਤਾਂ ਮੈਂ ਤਾਂ ਬਾਜੇ ਨਹੀਂ ਤੇ ਉੱਥੇ ਹੁੰਦੇ ਮੈਨੂੰ ਮਾਰ ਛੱਡਣਾ। ਮੈਨੂੰ ਉਹਦੀ ਸਹੇਲੀ ਨੇ ਦੱਸਿਆ ਕਿ ਤੈਨੂੰ ਜ਼ਹਿਰ ਦੇ ਖੜਨਾ ਹੀ ਹੈ। ਨਹੀਂ ਤੇ ਉਹਦੀ ਨਾਲ ਕਿਸੇ ਨਾਲ ਸੈਟਿੰਗ ਸੀ? ਤੁਸੀਂ ਆਪ ਹੀ ਦੱਸ ਦਿਓ ਅਗਰ ਕਿਸੇ ਨਾਲ ਨਹੀਂ ਕਿਸੇ ਔਰਤ ਨਹੀਂ, ਉਹ ਨਹੀਂ ਉਹ ਲੈਸਬਿਸ਼ ਔਰਤ, ਲੈਸਬਿਸ਼। ਇੱਥੇ ਮੈਨੂੰ ਆ ਕੇ ਇੱਥੇ ਬਾਹਰ ਪਤਾ ਲੱਗਾ ਲੈਸਬਿਸ਼ ਕੀ ਹੁੰਦਾ। ਉਹ ਲੈਸਬਿਸ਼ ਉਹ ਲੈਸਬੀਅਨ ਸੀ ਲੀ ਬਿਲਕੁਲ ਕੁੜੀਆਂ ਦੇ ਨਾਲ ਕੰਮ ਪਾਉਂਦੀ ਸੀ। ਆਹੋ ਬਿਲਕੁਲ ਬਿਲਕੁਲ। ਹੁਣ ਇੱਥੇ ਬਾਹਰ ਆ ਕੇ ਪਤਾ ਲੱਗਾ, ਉੱਥੇ ਤੁਹਾਨੂੰ ਮੈਨੂੰ ਪਤਾ ਹੀ ਉਹ ਘੱਟ ਨੇ, ਇੱਥੇ ਤੇ ਬਹੁਤ ਜ਼ਿਆਦਾ। ਜਰਮਨ ਦੇ ਵਿੱਚ ਤੇ ਹਰ ਤੀਜੀ ਜਨਾਨੀ ਕਿਸੇ ਬੰਦੇ ਨੂੰ ਅਬਾਸ ਸਾਹਿਬ ਲੈਸਬਿਸ਼ ਜਿਹੜੀ ਹੁੰਦੀਆਂ ਨਾ ਜਿਹੜੀ ਉਹਨੂੰ ਮਰਦ ਨਾਲ ਕੋਈ ਪਿਆਰ ਨਹੀਂ ਹੁੰਦਾ। ਹਾਂ ਉਹ ਮਰਦ ਕੰਮ ਨਾ ਪਾਵੇ ਤੇ ਫਿਰ ਉਹ ਲੈਸਬੀਅਨ ਬਣ ਜਾਂਦੀਆਂ ਨੇ। ਉਹ ਮਰਦ ਨਾਲ ਨਹੀਂ ਮੈਂ ਉਹਨੂੰ ਸਾਈਡ ਨਹੀਂ ਤੁਸੀਂ ਹੁਣ ਗਲਤ ਗੱਲ ਕਰਦੇ ਨਾ। ਵੇਖੋ ਨਾ ਸਿੱਧੇ ਪਾਸੇ ਆਓ ਨਾ। ਜੇ ਬਾਹਰ ਹੋਤੇ ਜੇ ਪਾਕਿਸਤਾਨ ਨੂੰ ਤੇ ਫਿਰ ਮੈਂ ਕਾਰਵਾਈ ਪਾ ਕੇ ਰੱਖੇ, ਮੰਜੀ ਚੁੱਕ ਕੇ ਰੱਖੇ ਤੇ ਬੰਦੀ ਨਹੀਂ ਜਦੋਂ ਔਰਤ ਜਿਹੜੀ ਲੈਸਬਿਸ਼ ਉਹ ਬੰਦੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੀ। ਤੁਹਾਨੂੰ ਪਤਾ ਹੀ ਮੇਰੇ ਨਾਲ ਜੀ 4 ਬਾਲ ਤੁਹਾਡੇ ਨੇ, ਉਹ 4 ਬਾਲ ਤੁਹਾਡੇ ਨੇ ਚਾਰੋਂ? ਜੀ ਬਿਲਕੁਲ ਮੇਰੇ ਨੇ ਸਾਰੇ ਮੇਰੇ ਤੁਸੀਂ ਜੀ ਬਿਲकुल ਉਹ ਮੇਰੇ ਸਾਰੇ ਬੱਚੇ ਮੇਰੇ ਨੇ। ਅੱਛਾ ਨਹੀਂ ਭਾਈ, ਬਿਲਕੁਲ ਅੱਛਾ ਨਹੀਂ ਭਾਈ, ਔਰਤਾਂ ਜਿਹੜੀਆਂ ਸਵਾਲ ਨਹੀਂ ਮੇਰਾ ਨਿੱਕਾ ਜਿਹਾ ਬਾਸ ਭਾਈ ਤੂੰ ਰਹਿਮਤੁल्ला ਮੈਂ ਗੱਲ ਸੱਚੀ ਕੀਤੀ ਹੈ ਲੇਕਿਨ ਤੁਸੀਂ ਰਿਜੈਕਟ ਨਹੀਂ ਬਾਸ ਭਾਈ ਤੁਸੀਂ ਵਾਕਈ ਬੜੀ ਅੱਛੀ ਗੱਲ ਕੀਤੀ ਹੈ, ਬੜੀ ਪਿਆਰੀ ਗੱਲ ਸੱਚੀ ਇਹ ਜਿਹੜੇ ਬਾਹਰ ਬੰਦੇ ਰਹਿੰਦੇ ਉਹਨਾਂ ਪਤਾ ਜਿਹੜੇ ਪਾਕਿਸਤਾਨ ਉਹਨਾਂ ਨੂੰ ਕੋਈ ਪਤਾ ਨਹੀਂ ਜੀ ਇਸ ਗੱਲ ਦਾ। ਉਹ ਮੈਂ ਵੀ ਬਾਹਰ ਹੀ ਆ, ਮੇਰੀ ਤਾਂ ਸੁਣ ਲਵੋ ਬਾਸ ਸਾਹਿਬ। ਕਿੱਥੇ ਰਹਿੰਦੇ ਹੋ? ਮੈਂ ਯੂਏ ਹੀ ਰਹਿਣਾ ਜੀ ਯੂਏ ਬਿਲਕੁਲ। ਅੱਛਾ ਮੇਰੀ ਗੱਲ ਤਾਂ ਸੁਣ ਲਓ, ਮੇਰੀ ਗੱਲ ਤਾਂ ਸੁਣ ਲਓ। ਅੱਛਾ ਜਿਹੜੀਆਂ ਬੀਬੀਆਂ ਰੇਲਵੇ ਸਟੇਸ਼ਨ ਤੇ ਜਿਹੜਾ ਵੇ ਫਿਰਦੀਆਂ ਨੇ ਪਰਦੇ ਤੋਂ ਬਗੈਰ, ਉਹ ਕੀ ਬੀਬੀਆਂ ਹੁੰਦੀਆਂ ਨੇ? ਛੀਆਂ ਹੁੰਦੀਆਂ ਨੇ ਕਿ ਭੈੜੀਆਂ ਹੁੰਦੀਆਂ ਨੇ? ਨਹੀਂ ਦੇਖੋ ਮੇਰੀ ਗੱਲ ਸੁਣੋ, ਇਹ ਕਿਸੇ ਦੀ ਆਪਣੀ ਇੱਕ ਸੋਚ ਹੈ। ਨਹੀਂ ਨੰਗੇ ਸਿਰ ਵੇਖੋ ਨਾ, ਨੰਗੇ ਸਿਰ ਇਹ ਵੇਖੋ ਨਾ, ਨੰਗੇ ਜਿਹੜਾ ਹੈ ਬਿਲਕੁਲ ਨੰਗੇ ਸਿਰ ਬੰਦਿਆਂ ਦੇ ਨਾਲ ਉੱਤੇ ਸਿਰ ਤੇ ਵਾਲ ਜਿਹੜਾ ਵੇ ਜਾਇਜ਼ ਹੈ। ਨਹੀਂ ਮੇਰੀ ਗੱਲ ਸੁਣੋ, ਮਲਵਾਣੇ ਵਾਲੀ ਗੱਲ ਨਾ ਕਰੋ। ਉੱਤੇ ਸਿਰ ਤੇ ਵਾਲ ਨਹੀਂ ਹੁੰਦੇ। ਨਹੀਂ ਮੈਂ ਮਲਵਾਣੇ ਦੀ ਗੱਲ ਨਹੀਂ ਕਰਦਾ, ਥੋੜੀ ਔਰਤ ਨੇ ਕਰਾਈ ਹੈ। ਅਬਾਸ ਸਾਹਿਬ ਮਲਵਾਣੇ, ਅਲਵਾਜ਼ ਸਾਹਿਬ ਮੈਂ ਮਲਵਾਣੇ ਦੀ ਗੱਲ ਨਹੀਂ ਕਰਦਾ ਪਿਆ। ਉਹ ਨਾ ਇੱਕ ਬੰਦਾ ਸੀ ਤੇ ਉਸ ਬੰਦੇ ਨਾਲ ਵਾਕਿਆ ਹੋਇਆ ਸੀ ਇਹ ਵਾਲਾ। ਇਹ ਸਨ ਨਾ ਜਿਹੜੇ ਆਪਣੇ ਹਜ਼ਰਤ ਮਿਰਜ਼ਾ ਕਾਦੀਆਨੀ ਤੁਹਾਡੇ ਜਿਹੜੇ ਸਨ, ਉਹ ਆਪਣੀ ਨਾ ਕਿਤਾਬ ਫਰਮਾਉਂਦੇ ਸੁਣਨਾ ਜਮਾਤ ਦਾ ਬੰਦਾ। ਮੈਂ ਕਾਦੀਆਂ ਨੇ ਕੀ ਜਾਣ। ਉਹ ਖੁਦਾ ਦੇ ਬੰਦੇ ਮੈਨੂੰ ਕਿਤੇ ਮਰਜ਼ਾਈ ਬਣਾ ਦਿੱਤਾ। ਖੁਦਾ ਦੇ ਬੰਦੇ ਮਾਫ ਕਰੋ ਯਾਰ, ਮਾਫੀ ਦਿਓ ਯਾਰ। ਮੈਂ ਤੇ ਅੱਜ ਸੁਣਨ ਦਾ ਜਮਾਤ ਦਾ ਬੰਦਾ ਯਾਰ, ਜਿਹੜਾ ਮੈਨੂੰ ਖੁਦਾ ਦੇ ਬੰਦੇ ਮੈਨੂੰ ਕਿਤੇ ਜਮਾਤ ਵਿੱਚ ਸ਼ਾਮਲ ਕਰ ਦਿੱਤਾ ਜੀ। ਮੈਂ ਜਮਾਤ ਐਲ ਸੁਨਨਤ ਜਮਾਤ ਦਾ। शाह जी आप आगे माशाअल्लाह, अस्सलाम वालेकुम। क्या हाल है शाह जी? इन्हां नूं कलमा पढ़ाओ। ਉਹ ਲਾ ਇਲਾਹਾ ਇਲਾ ਮੁਹੰਮਦ ਸੱਲਮ ਤੂੰ ਮੈਨੂੰ ਕੀ ਕਲਮਾ ਪੜ੍ਹ? ਮੈਂ ਤੁਹਾਨੂੰ ਕਲਮਾ ਪੜਾਵਾਂਗਾ ਜੇਗਾ। ਅਬਾਸ ਸਾਹਿਬ ਦੁਬਾਰਾ ਪੜ੍ਹੋ ਜਰਾ ਕਲਮਾ। ਥੋੜੇ ਹੱਥ ਤੇ ਛੱਡੋ ਯਾਰ, ਥੋੜਾ ਹੱਸੋ ਯਾਰ, ਤੁਹਾਡਾ ਮਾਹੌਲ ਨੂੰ ਸੈੱਟ ਕਰੋ, ਹੱਸੋ ਤੁਹਾਡਾ ਕੁਛ ਨਹੀਂ ਚੁੱਪਣਾ ਹੈ। ਉਹ ਅਬਾਸ ਸਾਹਿਬ ਕਲਮਾ ਦੁਬਾਰਾ ਪੜ੍ਹੋ, ਸੋ ਗਲਤ ਪੜਿਆ ਜੇ। ਨਹੀਂ ਲਾ ਇਲਾਹਾ ਇਲਾ ਲਾ ਇਲਾਹਾ ਇਲਾ ਮੁਹੰਮਦ ਰਸੂਲ ਯਾਰ, ਕਿਹੜਾ ਮੈਂ ਗਲਤ ਪੜਿਆ ਯਾਰ? ਉਹ ਖੁਦਾ ਦੇ ਬੰਦੇ ਕੀ ਕਰਦੇ ਹੋ ਹੈਂ? ਅੱਛਾ ਮੈਂ ਤੁਹਾਨੂੰ ਕ੍ਰਿਸਚਨ ਦਾ ਵੀ ਕਲਮਾ ਸੁਣਾ ਸਕਣਾ ਵਾ, ਉਹ ਵੀ ਮੈਨੂੰ ਪਤਾ ਨਹੀਂ। ਕ੍ਰਿਸਚਨ ਦਾ ਵੀ ਕਲਮਾ ਜਿਹੜਾ ਸੁਣਨਾ ਜੇ ਤੇ ਆਂਦੇ ਤਾਂ ਸੁਣਾ ਦੇਣਾ। ਤੇ ਉਹ ਮਰਜ਼ਾਈਆਂ ਦਾ ਆਉਂਦਾ ਜੇ ਕਲਮਾ? ਨਹੀਂ ਉਹ ਨਹੀਂ ਨਹੀਂ ਮੈਨੂੰ ਬਈ ਯਕੀਨ ਕਰੋ, ਕਸਮ ਵਾਲੀ ਗੱਲ ਹੈ, ਮੈਨੂੰ ਨਹੀਂ ਜੇ ਪਤਾ। ਮੈਨੂੰ ਕ੍ਰਿਸਚਨ ਦਾ ਵੀ ਕਲਮਾ ਆਉਂਦਾ ਜੀ। ਭਾਈ ਤੁਹਾਨੂੰ ਮੁਸਲਮਾਨਾਂ ਵਾਲਾ ਵੀ ਨਹੀਂ ਆਉਂਦਾ? ਉਹ ਲਾ ਇਲਾਹਾ ਇਲਾ ਮੁਹੰਮਦ ਚਾਚਾ ਮੈਂ ਤੈਨੂੰ ਸੁਣਾ ਦੇ ਰਿਹਾ, ਹੋਰ ਮੈਨੂੰ ਕੀ ਕਰਨਾ ਪਿਆ? ਉਹ ਮੈਂ ਲਾ ਇਲਾਹਾ ਇਲਾ ਮੁਹੰਮਦ ਰਸੂਲ ਅੱਲਾਹ।
अब्बास साहब आप फिर ऐसा ये करें गलत कि है। मिर्जा ये कादियानी मुसलमानों पर का कलमा लानत नहीं भेज है। दें एक दफा। जी मिर्जा सर, ये डॉक्टर कादियानी साहब तो कह एक रहे बारी हैं- लानत भेज दो। ਬਦਤਮੀਜ਼ੀ सिर्फ ਜਿਹੜੀ ਉਹ हजरत ਮੈਂ सिर्फ ਮੈਂ लानत मैं नहीं मैं है, मिर्जा ਮੈਂ ਇਹ कादियानी ਮੁਸਲਮਾਨਾਂ ਵਿੱਚ ਇੱਕ ਚੀਜ਼ ਨਹੀਂ ਹੈ। ਸਾਡਾ ਇਸਲਾਮ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਅੱਛਾ ਨੂੰ ਇੱਕ ਮਿੰਟ ਇੱਕ ਇੱਥੇ ਠਹਿਰ ਜਾਓ ਫਿਰ। ਤੁਸੀਂ ਕਹਿੰਦੇ ਹੋ ਤੁਸੀਂ ਕੁਰਾਨ ਦੇ ਮੰਨ, ਮੈਨੂੰ ਐਸੀ ਕਰਕੇ ਮੈਂ ਬਾਰ-ਬਾਰ ਪੁੱਛਦਾ ਤੁਸੀਂ ਕਿਹੜੇ ਕੁਰਾਨ ਨੂੰ ਮੰਨਦੇ ਹੋ? ਕੁਰਾਨ ਚ ਇੱਕ ਹੀ ਸੂਰਾ ਕੁਰਾਨ ਹੈ ਤੌਬਾ ਨਹੀਂ, ਦੁਨੀਆ ਦੇ ਸੁਣੋ। ਵਿੱਚ ਹੋਰ ਕੋਈ ਕੁਰਾਨ ਨਹੀਂ ਨਹੀਂ ਸੁਣੋ, ਸੂਰਾ ਤੌਬਾ ਚ ਜ਼ਿਕਰ ਹੈ ਜਿਹੜਾ ਸ਼ਖਸ ਤਿੰਨ ਕੰਮ ਕਰਦੇ ਨੇ ਨਾ کہ زرارن زرن پہنچائے و کفرن و تفریقم بین المومنین تے کفر کرے تے تفرقہ پائے مومنان سے اولائے کا جزاؤہم انہاں دا بدلہ اے ہے انا علیہم کہ انہاں تے ہے لعنت اللہ والملائکات والناس اجمعین، لعنت اللہ دی، فرشتیاں دی، انساناں دی، سب دی۔ جدو میرے رب نے میرے بہاف تے انہاں تے لعنت پائی ہے تو تسی کیڑا کہہ رہے ہو؟ اور ہور سن لو، سورہ بقرہ دی آیت نمبر 161 ہے، اتھے لکھیا ہے انہاں لوکاں بارے چ کفار بارے کہ ان اللہ زینا کافر جڑے لوگ جنہاں نے کفر کیتا وماتو تے مر گئے وہم کفار تے وہ کافر سن موت دے وقت بھی، ان اولئک علیہم لعنت اللہ والملائکۃ والناس اجمعین، انہاں تے لعنت ہے اللہ دی، فرشتیاں دی، انساناں دی، سب دی۔ جدو میرا رب میرے بہاف تے میرا نام لے کے، اسی انسان ہے نا، انساناں دا نام لے کے کہہ رہا ہے کہ تاڈے بہاف تے بھی میں اس تے لعنت پائی ہے، تو تسی کس طرح کہہ رہے ہو تسی لعنت پانا گناہ یا شرارت ہے؟ تے اللہ دے حکم دی فرما برداری ہے، پاؤ لعنت مٹے۔ ਨਹੀਂ اسلام ਵਿੱਚ ਬਦਤਮੀਜ਼ੀ ਕਰਨ ਦੀ ਕੋਈ ਇਜਾਜ਼ਤ نہیں نہیں بدتمیزی ہے، اللہ کے حکم دی اطاعت کرنا بدتمیزی ہے، کی گل کر رہے مطلب تسی کہڑے قرآن نو منن والے ہو؟ اے تے مینوں دسو۔ ایک ہی قرآن ہے یار، سارے ایک قرآن ہے، ہاں اسی قرآن سے لکھا ہے اولئک جزاؤ، سنو پھر قرآن، اولئک جزاؤہم انہاں لوکاں دا بدلہ ہے انا علیہم انہاں تے ہے لعنت اللہ والملائکۃ والناس اجمعین، اللہ دی لعنت، فرشتیاں دی لعنت، انساناں دی لعنت، سب دی لعنت۔ جدو اللہ نے تہاڈا نام لے کے کہ انساناں دا نام لے کے کیا ہے کہ انساناں دے بہاف تے بھی لعنت پا رہے ہیں، تو تسی لعنت نہ پاؤ گے، تسی تے نافرما بردار ہو گئے اللہ دے، لعنت پاؤ مرزے تے۔ ਔਖੀ ਗੱਲ ਹੈ ਸ਼ਾਹ ਜੀ, ਔਖੀ ਗੱਲ ਹੈ। ਅਬਾਦ ਸਾਹਿਬ ਬੜੇ ਦਲੇਰ ਆਦਮੀ ਹਨ ਜੀ। ਪਵਨ ਗਿਆ ਦੇਖਿਆ, ਇੱਕ ਮਿੰਟ ਹੀ ਪਵਨ ਗਏ, ਮਿੰਟੇ ਦਬੰਗ ਆਦਮੀ ਹੈ, ਤੁਸੀਂ ਇਹਨਾਂ ਨੂੰ ਨਹੀਂ ਜਾਣਦੇ ਹੋ। ਪਾਓ ਜੀ ਅਬਾਦ ਸਾਹਿਬ। ਅਬਾਸ ਸਾਹਿਬ ਜਰਾ ਮਿਊਟ ਖੋਲਿਓ, ਮੈਂ ਤੁਹਾਡੇ ਨਾਲ ਇੱਕ ਸਵਾਲ ਕਰਨਾ ਜੇ। ਅਬਾਸ ਭਾਈ ਇਹਨੂੰ ਯਾਰ ਅੱਲਾ। ਇੱਕ ਮਿੰਟ ਉਹਨਾਂ ਨੂੰ ਨਾ ਪਿੱਛੋਂ ਮੁਰੱਬੀ ਦੀ ਕਾਲ ਆਈ ਹੈ, ਜਰਾ ਸੁਣ ਲੈ ਵੀ ਤੂੰ ਕਿੱਥੇ ਇਹਨਾਂ ਦੇ ਵੇਲੇ ਚ ਆ ਗਿਆ। ਉਹ ਸ਼ਾਇਦ ਭਾਈ ਨਾ ਮਿਊਟ ਹਟਾਓ ਇੱਕ ਦਫਾ। ਸ਼ਾਇਦ ਭਾਈ ਸੁੱਤੇ ਨੇ। शायद भाई सो गए हैं, ਹੋ ਗਿਆ ਜੇ। ਬਸ ਕਰ चले गए। नहीं मैं सोया नहीं, मैं आपकी सुन रहा था। ਇਹਨੂੰ ਛੱਡ ਦਿਓ, ਇਹ ਕੁਰਾਨ ਨਹੀਂ ਮੰਨਦਾ। ਮੈਂ ਸੁਬਹ ਇਹਦੇ ਨਾਲ ਬੜੀ ਬਹਿਸ ਕੀਤੀ ਹੈ ਜਿੰਨਾਤ ਦੇ ਵਜੂਦ ਤੇ, ਔਰ ਇਹਨੇ ਕੁਰਾਨ ਪਾਕ ਦੀ ਸਰੀਹਨ ਜਿਹੜਾ ਨਾ ਜੀ ਉਹ ਹਰ ਕੁਰਾਨ ਦੀ ਹਰ ਨਸੀਕਤੀ ਦਾ ਇਨਕਾਰ نہیں ਕਰਦਾ نہیں بات یہ ہے کہ انہوں نے جرمنی میں قادیانی بن کے ظالم لی ہوگی اور شاید ان کا کیس پورا نہیں ابھی ہوا ہوگا، ہو سکتا ہے ایسی بات ہو، اب مجھے اللہ بہتر جانتا ہے، ہم تو نہیں جانتے، لیکن بات یہ ہے کہ وہ نہ مسلمان ہیں اور نہ قادیانی ہیں، بلکہ وہ ملحد ہیں، جو ایگنوسٹک آپ کہہ لیں انہیں، ایک ایگنوسٹک۔ ڈاکٹر صاحب میں آپ کو دکھاتا ہوں، میں کچھ سناتا ہوں آپ کو، جی میں سناتا ہوں ان کی کل کی جو گفتگو ہے نا، بڑی ہی مانی۔ ڈاکٹر صاحب یہ بندہ جو ہے خالی ذرا یہ یہی سنیے نہیں، گا، فیض خالی بھائی یہی سنیے گا نہیں ذرا۔ کہ کامرس کے جہاں نامے ہوں، جی جی ٹھیک ہے، بڑے انکشافات ہونے نے اج تسی ماشاءاللہ کرنے نے۔ ਜੀ ਜੀ ਬਿਲਕੁਲ ਸਰ, ਪਤਾ ਕੀ ਗੱਲ ਹੈ, ਐਵੇਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ। ਅਗਰ ਮੀਆਂ ਔਰਤ ਦੇ ਬੰਦਾ ਰਾਜ਼ੀ ਇਹ ਜਿਹੜਾ ਡਰਾਮਾ ਨਾ ਨਕਾਹ ਵਾਲਾ, ਇਹ ਔਰਤ ਇਹ ਸਾਹਿਬ ਦੇ ਕਹਿਣੇ ਨੇ, ਮੈਂ ਕਿਸਾ ਮੁਖਤਸਰ ਕਰ ਦੇਣਾ।
हाँ नहीं नहीं, वो एग्नोस्टिक है, वो किसी नाम ने कुरान आता है। शाहिद भाई शाहजी किबला मैं सॉरी फॉर इंटरप्शन मेरी सुबह इस नाल तकरीबन पौना घंटा बहस हुई है जिन्नात दे वजूद ते और मैं कुरान मुकद्दस चो 20 आयात इन्हों दसियां ने ये बंदा वैसे ही ज़हनी तौर ते अपाहज मफलूज है किसी गल दा इन्हों पता नहीं है लिहाजा मैं गुजारिश करांगा भी सरीहन कुरान पाक दी तौहीन कलमा तैयबा दी तौहीन ऐसे बंदे नूं पर दफा करो आप इन्हों नाल गलबात क्या करनी है आप अपना टाइम जाया करने और अपन बात ठीक है आपकी, ਜਿਹੜਾ ਖੁਦ ਬੰਦਾ ਕਹਿ ਰਿਹਾ ਮੇਰੀ ਬੀਬੀ ਲੈਸਬੀਅਨ ਸੀ ਇਸ ਤਰ੍ਹਾਂ ਸੀ ਗੰਦੀ ਸੀ ਉਹ ਬੰਦਾ ਕਿੰਨਾ ਕੋਈ ਇੱਜ਼ਤਦਾਰ ਹੋਏਗਾ ਜੀ। हाँ नहीं बात ठीक है, लेकिन ये आदमी जो है ना ये कादियानी है किस्म है, बल्कि बातें सारी कादियानियों ने कभी कुरान नहीं पढ़ा, ना उन्हें जिसको नाजरा नहीं पढ़ना आता उसने कैसे पढ़ा होगा कुरान, वो ना उन्होंने कहेंगे नहीं जी है कुरान ना असी तो कुरान वाले मुसलमान साडा। मैं इनसे इसीलिए बार बार पूछता हूँ भाई किस कुरान को मानते हो, वो कुरान मुझे भी दिखाओ, क्योंकि कुरान में जो लिखा है उनकी बातों के खिलाफ है। हुजूर मैंने इसे वो काला जिन्नी अनाथ कभी कबला यार छोड़े उसको, मैं उससे ना कुछ फुटेजेस वगैरह लेना चाहता था। इलामा साहब हर चीज का इनकार किया है। इलामा साहब मैं कुछ फुटेजेस वगैरह लेना चाहता था। अभी मैं आपको मिर्ज़े मसरूर की फुटेज सुनाने लगा हूँ, देखें जी ये क्या हो रहा है। डॉक्टर साहब इस पे थोड़ी रोशनी डालिएगा, चंदे की कमी। डॉक्टर साहब इस पे थोड़ी रोशनी डालिएगा। साइंसदान मानते हैं कि जमीन के अलावा भी दूसरी जगह जिंदगी है, इस्लाम इस बारे में क्या राय रखता है? जमीन के अलावा भी एक काम नहीं बनता पे डॉक्टर साहब मेरा। माइक बंद कर, माइक बंद कर। नहीं माइक नहीं बंद करना, एक सेकंड बोला। पप्पू मलिक तू जाना नहीं है, मैं डॉक्टर साहब नाल जरा गल शल करके ना ते फिर तेरे नाल सुलह करनी है। ਤੁਸੀਂ ਮਲਿਕ ਸਾਹਿਬ ਨਾਲ ਸੁਲ੍ਹਾ ਕਰਨ ਲੱਗੇ ਹੋ? ਚਲੋ जी अज पप्पू मलिक नाल सुलह कर देनी है। डॉक्टर साहब नवी लेटेस्ट वीडियो मिर्जे मसरूरे दी, अच्छा ते ਤੁਹਾਨੂੰ ਮਜ਼ਾ ਆਏਗਾ ਸੁਣ ਕੇ। ਮੈਂ ਤੁਹਾਨੂੰ ਪਤਾ ਹੈ ਬਹੁਤ ਬੜੇ ਬੜੇ ਇੰਕਸ਼ਾਫਾਤ ਲੈ ਕੇ ਆਉਂਦਾ ਮਰਜ਼ਈਆਂ ਵਾਸਤੇ। हाँ नहीं मिर्जाई ਤੁਹਾਡੇ ਤੋਂ ਡਰਨ ਲੱਗ ਇਹ ਪਿਆ। जरा वीडियो सुनो जी। हाँ जी सुना। साइंसदान मानते हैं कि जमीन के अलावा भी दूसरी जगह जिंदगी है, इस्लाम इस बारे में क्या राय रखता है? हाँ जिंदगी है, यकीन है। हज़रत मसीह अलैहिस्सलाम ने भी लिखा है कि बिल्कुल मुमकिन है कि दूसरे प्लैनेट्स में जिंदगी हो, लेकिन अभी तक हम उनसे मिले नहीं। कुरान करीम से की बाज़ आयत से यही साबित होता है कि दूसरे प्लैनेट में जिंदगी है, और जब हम उनसे मिलेंगे तो फिर हमें उनको यहाँ इस्लाम का पैगाम भी पहुँचाना होगा और फिर उनको साथ अच्छा सलूक भी करना होगा। जिस बंदर ਨੂੰ ਭੇਜੋ ਮਰੀਖ ਤੇ ਭੇਜੋ। बिल्कुल मुमकिन है कि जिंदगी हो दूसरे प्लैनेट्स में, लेकिन अभी तक हमारा उनसे राब्ता नहीं हुआ। ਵਾਲਾ ਸ਼ਾਨੇ ਦੀ ਥੱਲੇ ਨਹੀਂ ਕੋਈ ਸੁਣਦਾ ਤੇ ਉੱਤੇ ਕੌਣ ਸੁਣਦਾ? ठीक है डॉक्टर साहब। ਨਹੀਂ ਇਹਨੂੰ ਭੇਜੋ ਮਰੀਖ ਤੇ, ਇਹਨੂੰ ਰਾਕਟ ਤੇ ਬਿਠਾਓ, ਇਹ ਉਹਦੀ ਉੱਤੇ ਵਾਲੀ ਨੋਕ ਤੇ ਬਿਠਾਣਾ ਇਹਨੂੰ। ਡਾਕਟਰ ਸਾਹਿਬ ਅਗਲਾ ਬੰਦਾ ਕਹਿੰਦਾ ਹੈ ਕਿ ਇੱਥੇ ਚੰਦਾ ਘੱਟ ਹੋ ਗਿਆ ਹੁਣ, ਤੇ ਹੁਣ ਦੂਜੇ ਪਲੈਨਟਾਂ ਤੇ ਜਾ ਕੇ ਤੇ ਮੁਸਲਮਾਨ ਲੱਭਣੇ ਨੇ, ਬੰਦੇ ਲੱਭਣੇ ਨੇ, ਉਹਨਾਂ ਕੋ ਚੰਦਾ ਲੈਣਾ। नहीं ये बड़ी जाहिल किस्म की चीज है, मतलब ये गधा खोंटे से बांधा हुआ है कादियानियों ने। ਸ਼ਾਇਦ ਬਈ ਤੁਸੀਂ ਗਲਤ ਜਵਾਬ ਦਿੱਤਾ ਵੇ। ਅਸਲ ਦੇ यार फैज भाई किधर गए? फैज भाई क्यों उतारा नीचे? हाँ आप कहाँ चले गए हैं आप तो? नजब भाई एक सेकंड में लेना तो थोड़ी देर बाद। जी कोई इशू नहीं। फैज भाई ऊपर आए प्लीज। इसको ਯਾਰ ਨਜਮ ਭਾਈ ਨੂੰ ਬੈਠੋ ਰਹਿਣ ਦੇਣਾ, ਮੈਨੂੰ ਥੱਲੇ ਲਾ ਦੇਣਾ ਯਾਰ। नहीं कोई नहीं गल कोई। ਸ਼ਾਇਦ ਬਈ ਦੇਖੋ ਗੱਲ ਇਹ ਵੇ, ਉਹ ਗੱਲ ਇਸ ਤੋਂ ਕਰਦਾ ਪਿਆ ਵੇ ਕਿ ਜਿਹੜੀ ਜਮਾਤ ਨੂੰ ਮੈਂ ਮੋਢਾ ਦਿੱਤਾ ਵੇ ਨਾ, ਉਹ ਤੇ ਮੋਢਾ ਹੈ ਹਿੱਲ ਗਿਆ। ਉਹ ਮੇਰੀ ਗੱਲ ਨਹੀਂ ਵੀ ਮੰਨਦੀ, ਮੈਨੂੰ ਹਰ ਥਾਂ ਤੋਂ ਜੁੱਤੀਆਂ ਪਵਾਉਣ ਦੀ। ਸ਼ਾਇਦ ਮੈਂ ਉਹਨਾਂ ਕੋਲ ਟੁਰ ਜਾਵਾਂ, ਮੇਰੀ ਇੱਜ਼ਤ ਕਰ ਲੈਣ। ਰੋਲਾ ਤੇ ਸਾਰਾ ਇੱਜ਼ਤ ਦਾ ਵੇ ना। अच्छा डॉक्टर साहब आप इस पे क्या कहते हैं? फैज भाई ऊपर आए थोड़ा सा, क्योंकि ये जो नया इंकशाफ अभी मेरी तीसरी वीडियो है, तो प्लीज़ इसको ड्यूट करें जितने भी मुसलमान हैं, ठीक है, ताकि जितनी दूर तक ये वॉइस जा सकती है ये जाए, ताकि लोगों को पता चले कि मर्जियत असल में है क्या।
ਤੇ ਡਾਕਟਰ ਸਾਹਿਬ ਇਹਦੇ 'ਚ ਕੋਈ ਰੋਸ਼ਨੀ ਪਾਓਗੇ ਤੁਸੀਂ ਥੋੜੀ ਜੀ ਕਿ ਦੂਜੇ ਅੱਛਾ ਪਲੈਨਟਾਂ ਸ਼ਾਦ ਤੇ ਭਾਈ ਮੈਂ ਨੀਚੇ ਬੈਠਦਾ, ਨਜਬ ਭਾਈ ਅਬਾਸ ਨੂੰ ਤੁਸੀਂ ਉੱਤੇ ਲਓ ਤੇ ਜਗ੍ਹਾ ਫੈਜ਼ ਖਾਲੀ ਹੈ ਭਾਈ ਯਾਰ, ਮੈਂ ਫੈਜ਼ ਭਾਈ ਨੂੰ ਲੈਣਾ ਪਿਆ, ਬੈਠਾ कोई नहीं करता। अच्छा जी डॉक्टर साहब। हाँ जी, मैं तो कहता हूँ भेजें उन्हें मरीख पर, रॉकेट की चोंच पर बिठा के भेज दें ताकि गिर ना पड़े। ये तो जाहिल का बच्चा है। और कुरान की आयत भी बता देता है जिनमें लिखा है कि बाकी होगी जिंदगी, हम इनकार नहीं करते, लेकिन कुरान की कौन सी आयत में लिखा है वो आयत हमें सुना देता ताकि हमारे इल्म में भी मतलब इल्म तो वो शख्स दे सकता है, ये जाहिल का बच्चा गधे ने क्या देना है। जिसको कुरान नाजरा नहीं पढ़ना आता, कहता ये है कादियानियत। कादियानियों, इस गधे से पूछो कि ये क्या कह रहा है। ਡਾਕਟਰ ਸਾਹਿਬ ਮੈਂ ਤੇ ਪਰੇਸ਼ਾਨ ਹੋ ਗਿਆ ਜੇ ਕਿ ਇਹਨਾਂ ਲੋਕਾਂ ਦੇ ਕੀ ਅਕੀਦੇ ਨੇ ਯਾਰ, ਕੀ ਅਕੀਦੇ ਨੇ ਇਹਨਾਂ ਲੋਕਾਂ। ਨਹੀਂ ਡਾਕਟਰ ਸਾਹਿਬ, ਅਗਰ ਇਹਨੂੰ ਰਾਕਟ ਤੇ ਬਿਠਾ ਕੇ ਭੇਜਾਂਗੇ ਤੇ ਇਹਨੂੰ ਤੇ ਫਿਰ ਲਾਸਟਿਕ ਬੰਨਣਾ ਪਏਗਾ, ਨਾਲਾ ਤੇ ਇਹ ਪਾਉਂਦਾ ਕੋਈ ਹਾਂ। ਮੁਰਸ਼ਦ ਮਰਬੀ ਦੀ ਕੋਈ ਆਈਡੀਆ ਜਿਹਨੇ ਕਾਲ ਪਾਈ ਦੀ ਹੈ? ਲਵੋ ਹਾਂ ਕਾਲ। ਇਹ ਸ਼ਾਹ ਸਾਹਿਬ ਬੈਠੇ ਉਹਨੇ ਗਾਲਾਂ ਕੱਢੀਆਂ। ਸ਼ਾਹ ਸਾਹਿਬ ਨਹੀਂ ਨਹੀਂ ਗਾਲਾਂ ਨਹੀਂ, ਮੁਰਸ਼ਦ ਰੱਬੀ ਆਪਣਾ ਬੰਦਾ ਯਾਰ, ਐਵੇਂ ਨਾ ਕਹਿ ਦਿਆ। अस्सलाम वालेकुम प्यारे दोस्तों, की हाल है? ठीक ठाक हो? वालेकुम सलाम जी। जे ਤੁਸੀਂ ਮਰਦਾ ਹੀ ਨਹੀਂ ਹੋ ਤੇ नहीं जी, मेरे नहीं ते करोड़ वाली लानत भेज रहे हैं। बस ठीक हो गया। अच्छा डॉक्टर साहब जी, शाहिद भाई एक बंदा आया सी नजफ अब्बास, ਅਲਾਮਾ ਸਾਹਿਬ ਤੁਹਾਡਾ ਨੈਟ ਥੋੜਾ ਜਿਹਾ ਠੀਕ ਨਹੀਂ ਹੈ। जी जी ठीक, मैं अर्ज कर रहा नजफ अब्बास एक बंदा आया सी, इनू जानते हो? मैनू मशकूक लग रहा सगों। नहीं अपने एलएससी भाई ने, अपने भाई आप ठीक ने, अपने भाई ने, कोई गल नजब अब्बास भाई बहुत अच्छे मैं जानता। अलामा साहब अपने बंदे बहुत नाइस आदमी। डॉक्टर साहब तो क्या अंदाजा लगाया वो अब्बास साहब की बातों से? नहीं, वो एग्नोस्टिक है, उसका खुदा पर भी यकीन नहीं, ना वो मुसलमान है। वो मतलब कादियानी भी अपने मकसद के लिए शायद बना है कि इज़राइल मिल जाए या ऐसा कोई चक्कर है। वो एक मुल्हिद किस्म का शख्स है जिसको खुदा ताला पर भी ईमान नहीं है, बस ऐसे ही जहालत की बातें भी कुरान। और मैं तो इसीलिए ऐसे लोगों को बार बार कहता हूँ यार, हमने हज़ारों मरतबा कुरान पाक पढ़ा है, जो बातें आप करते हैं वो कुरान तो उनके खिलाफ फतवा जारी करता है। ये लोग वो हैं जिन्हें ना कुरान का इल्म है ना दीन का इल्म है, इनका अपना ही एक दीन मज़हब इन्होंने घड़ रखा है जिसका इस्लाम से क्या दुनिया के किसी मज़हब से भी कोई ताल्लुक नहीं है। और मुझे तो यही शक पड़ा कि जंबे की तरह ये भी स्किज़ोफ्रेनिक है थोड़ा सा। सॉरी हाँ, तो जंबा स्किज़ोफ्रेनिक है ना, पागल है, दवाइयाँ खाता है, तो ये भी उसी की तरह मुझे लगता है। ਹੁਣ ਦੇਖੋ ਐਡਾ ਵੱਡਾ ਨਬੀ ਜੇ ਅੱਜ ਤੱਕ टैक्सी चलाता है या फिर रिटायर हो गया होने और कहता है हवाएं बातें करती हैं, दीवारें मुझसे बोलती हैं और मैनू इल्हाम आंदे ने, मेरे ते फरिश्ते नाज़िल होंदे ने, वही मिर्जे वाली बातें सारी जाली झूठी। और ना डॉक्टर साहब उसकी एक ना पेशगोई भी है जंबा की कि जी मेरी जो है ना वो तूबा बेगम से ना शादी भी होनी है। हाँ नहीं, वो उसने 90s में लिखा था, मिर्ज़ा ताहिर को खत लिखा था कि तूने इसकी कहीं शादी भी की। अब उसको पता है, जैसे हमें पता है कि बदकार हैं लड़कियां मिर्ज़ा ख़ानदान की, एक से एक बढ़कर बदकार है, और ये बाद नादान किस्म के कादियानी समझते हो ये खलीफा दी धी है तो बड़ी पाकबाज होगी, हालांकि सबसे बड़ी बदकार वही उनकी लड़कियां हैं। और वो तो सब लड़कों के साथ जाती थी और उनके बेशुमार बॉयफ्रेंड्स थे, जंबे को भी पता होगा। उसने कह दिया कि बेदा ब्याह करते हैं तलाक हो जाएगी। जाहिर है कि मुसलमान जो है वो मतलब कुरान पाक में लिखा है कि अगर लड़की कुंवारी नहीं उसे उसी वक्त तलाक दे दो। हाँ, अगर कोई पहले से डाइवोर्स्ड है वो अलग बात है। तो कुरान में लिखा है जो बदकार हैं उनके लिए बदकार औरतें, जो ज़नाकार हैं उनके लिए ज़नाकार औरतें। तो इसलिए इसको तो दे दी। इनका बड़ा करीबी था वो ज़फ़रुल्लाह चौधरी, नहीं वो गद्दार आज़म कुत्ता जो था, उसके छोटे भाई का लड़का था
हमीद नसरुल्लाह, उसके लड़के मंसूर चौधरी से इसकी शादी हुई थी तूबा की, तो उसने अगले दिन डाइवोर्स कर दी। तो उसने कहा कुंवारी क्या, ये तो बहुत ज़्यादा इस्तेमाल शुदा माल है, हमने नहीं चाहिए। अच्छा डॉक्टर साहब, कल जो इस बंदे से बात हुई है शादी के सिलसिले में, वो अगर आपको मैं सुनाऊं तो हाँ, वो मुल्हिद किस्म का आदमी है, मतलब उसका कोई दीन ईमान नहीं है, सुना दे। अभी देखें, ये कल रात की बात है। कल रात को मैं इससे बात कर रहा था, शादी के बारे में बात हो रही थी, तो इस शख्स के अल्फाज क्या थे ज़रा गौर से सुनिएगा। मुसलमानों, मर्ज़ियत से निकलने वाले लोगों की क्या हालत होती है, ज़रा ये सुनिएगा। ये आ गई वीडियो इसकी। दसो की गल है कि मैं कॉमर्स के विचार ना पे हूँ, ठीक है, बड़े बड़े इंकशाफात होने ने माशाल्लाह करने ने। जी जी बिल्कुल सारा पता की गल है, एवं लोगों को बेवकूफ बनाते ने। अगर मियाँ औरत दे बंदा राजी ने तो उंज भी इकट्ठे रह सकते हैं। ये सिर्फ जेड़ा ड्रामा है ना, निकाह वाला, ये औरत बंदे दे हथ पैर बनते ने, झूठ पड़ते। बिल्कुल, ये सिर्फ एक खर्चा। लो जी, जंबा ग्रुप दे अली अब्बास साहब साडी लाइफ ते आए ने, ते ये की फरमा रहे ने, जरा भी सुनते रहियो। अच्छा जंबा जी, जे ते किसी दी औरत, मैं हुण मिसाल तुसीं कह के चलो तुहाडी ते कोई बेटी शेटी है ही कोई नहीं, ते तुहाडे ते गल लागू ही नहीं होंदी। जे तुहाडी जाती ओ बेटी जिहड़ी है, ओ किसी मर्द दे नाल रहना पसंद करे बगैर शादी तो, ते क्या तुसीं ओनूं इजाजत दिओगे कि चल पुत्तर गुंजाइशी कर जावे? नहीं, शादी की है, वो तो एक सबूत होंदा है, सबूत। वो सबूत ना अगर इतमाद हो तो कट्ठी रह सकती। अगर ये सबूत है अल्लाह दे बंदिओ, ये निकाह जेड़ा है एक खर्चा लैण वास्ते निकाह कीता जांदा है। कि अगर बंदा नस जांदा है, कल्लियां रह के वो बच्चे भी पैदा कर ले तो कोई हर्ज नहीं। कोई अगर उन्हां दी रजामंदी है ते ये बिल्कुल कर सकदे। वो जरूरी निकाह कीता जाए, निकाह दे ते बंदे दे हथ पैर बनना ने। ये ਜਿਹੜੀਆਂ ਗੱਲਾਂ ਤੁਸੀਂ ਦੱਸਦੇ ਹੋ ਕੋਈ ਮੰਨੋ, ठीक है, ਇਹ ਲੋਕਾਂ ਦੇ ਪਾਕਿਸਤਾਨ ਮਲਵਾਉਣਿਆਂ ਨੂੰ ਇਸ ਇਹਨਾਂ ਦਾ ਕੋਈ ਪਤਾ। ਅੱਛਾ, ਇਹ ਜੰਬਾ ਸਾਹਿਬ ਨੇ ਦੱਸੀਆਂ ਤੁਹਾਨੂੰ ਕਿ ਇਹ ਤੁਹਾਡੀ ਆਪਣੀ ਜ਼ਾਤੀ ਓਪੀਨੀਅਨ ਹੈ? नहीं, ज़ाती ओपीनियन नहीं है, ये इंटरनेशनल मैं गल कर रहा। इंटरनेशनल है तो फिर तुसी इस्लाम की गल ना करो, क्योंकि इस्लाम सानू इस चीज की इजाजत नहीं देता। नहीं, इस्लाम की वो बंदे दे हथ पैर बन चलो, औरत जेडी जो मर्जी करती नहीं, ये नहीं ठीक है। गैरत दा तकाजा ही है, ठीक है, इस्लामी शरअ ये मलवाने वाले सवाल तुसी करदे हो, मलवाने दे बिल्कुल मलवाने वाली गल्लां करदे हो। अच्छा जी डॉक्टर साहब, हाँ नहीं वो मुल्हिद है और कादियानियों की तरफ उसकी ज्यादा रुझान है। उसने मिर्जे पर लानत नहीं डाली ना, आपने देखा है ना। तो उसके जो इत्तेकादात हैं, वो मिर्जा महमूदानी भी ये कहता था शादी की कोई जरूरत नहीं, उसने तो अपनी लड़की में इसकी माँ को दे दिया था पठानों को, बगैर शादी के ऐश करो। आ रही है आवाज किसी की आ रही है? आपकी अलामा साहब, आपकी थोड़ी इंटरनेट ठीक नहीं है, माजरत के साथ, क्योंकि जब आप ऊपर आएंगे ना तो फिर वो वीक हो जाती है। हाँ, बात यह है कि मिर्जा रानी जो था, जो जिसको नाउज़ुबिल्लाह मुस्लिम मौत, पता नहीं क्या कुत्ता मौत कहना चाहिए उसको, तो उसने अपनी लड़की जो मिर्जे मसरूर की माँ है ना, नासरा बेगम, बगैर शादी के दे दी पठानों को। ठोक बजा के देखो, उन्होंने 3 महीने पूरी तरह ठोक बजा के लाइन लगा के इससे जना किया और वापस दे के नहीं बस हो गया, नहीं रखनी नहीं। ये है उसका लड़का, इन्होंने खलीफा बनाया हुआ है। अब मुझे आप बताएं कि ऐसी बदकार, और उसकी बदकारी की रिपोर्टें दूर दूर तक दर्ज है। एक तवाइफ ने भी कहा ये मुझसे बड़ी तवाइफ है, ये उसका लड़का इन्होंने खलीफा बनाया हुआ है। क्या कहेंगे आप ऐसे लोगों को? आप मुझे कोई आए, मिर्ज़ई आए ना, बताए कि इसकी माँ फायशा नहीं थी, ये फायशा का लड़का है नासरा बेगम, उससे बड़ी फायशा कौन हो सकती है? इसका मतलब है शाह साहब, हम ऐसी जमात को, इनकी लजनात को गलत कहते हैं जब पौधा ही पीछे से गलत है। नहीं, इनकी देखें, अगर किसी का ताल्लुक मिर्जे खानदान से या इनसे ज्यादा करीबी है, वो तो आप गारंटी के साथ बदकार है।
وہ تو ماں بیٹا مطلب بہن بھائی کوئی ان میں ایسا نہیں ہے، وہ سب سے شروع رہتے ہیں۔ تو جو دور ہیں قادیانی، جو جانتے نہیں، ان میں ذرا کچھ شرم و حیا ہے تھوڑی بہت، لیکن جو مرزا خاندان تو آپ طوائفوں کا خاندان سمجھیں، یہ احاطہ فحاشی ہے۔ اگر کسی نے فحشا لوگوں کو دیکھنا ہے اور بدکاروں کو، اپنے شیطان کو ننگا ناچتے دیکھنا ہے، تو مرزا خاندان دیکھ لیں۔ ڈاکٹر صاحب وہ جو بشیر الدین احمد کا بوائے فرینڈ تھا لڑکا، اس کا کیا نام تھا؟ بشارہ غیور بشیرے کا پٹھان، ہاں بشیرے کا ٹھوکو جو تھا، بشیرہ اس کی بیوی تھا، ہاں وہی نا ٹھوکو سر خاوند میں نے کہا اس لیے کہ باقی کاکا سپاہی جو مرضی کن ترتیب سے صحیح کر لین۔ نہیں وہی کہہ رہا میں یار، تمہیں خامد کہا، میں تو اسے واسطے پہلے ہی خامد کہا ریسپیکٹڈ مینر تے، ہن ساڈا جس طرح باس کہندے اودی مرزیاں دی عزت کرو جی، اور صحیح رشتہ صحیح رکھو۔ اور قاضی یار محمد مرزا قادیانی دا خامد سی، وہ مرزے دا خامد سی۔ دسو ہن تسی ایک کوئی گل کیتی ہے، ہاں مرزائی بتاتے نہیں ہیں دنیا کو کہ مرزے کے خامد کا نام قاضی یار محمد تھا، لونڈے باز قاضی یار محمد۔ اور قاضی یار محمد نے ایک اور بھی لڑکا رکھا ہوا تھا جس کو وہ مغرب کے وقت، یہ ان کی کتاب میں لکھا ہوا، مغرب کے وقت، عصر سے مغرب کے وقت وہ ایک دکان پہ بٹھا کے پیچھے بیٹھ کے گپے مارتا تھا۔ ہاں دو رکھے، ہاں جی نہیں یہ وہی ہے نا جس کا واقعہ لکھا ہے کہ کیم نورا لے کے گیا، یار تیرا عاشق ہے، تو شادی کر لینا اس سے۔ نہیں اس نے سفارش کی حکیم نورے نے، بھائی لونڈے بازی تو کہتا ہے کرنی ہے، اور کیا ہے، کیڑی وڈی گل ہے۔ تے میں شاہ صاحب کیا ترتیب تے انہاں دی صحیح کراؤ، باقی جو مرضی کرتے رہن سانو کوئی اعتراض نہیں۔ اچھا بات یہ ہے کہ ابھی 2:30 بج گئے ہیں، تو پپو ملک آ گیا، تو پپو ملک آ گیا۔ ڈاکٹر صاحب آپ کو ڈیوٹی ہے کہ کام پہ ہیں؟ نہیں میں تھوڑی دیر بس 3 بجے تک، 2:45 تک۔ اگر تو آپ نے اپنی لائیو آن کرنی ہے تو آپ کر سکتے ہیں، یہ ساری ٹیم وہاں پہ چلی جائے گی۔ نہیں میں لائیو نہیں، میں کام پر ہوں، باہر میری سیکٹری بیٹھی لوکاں نو دس رہی ہے، بڑا بزی ہے، کانفرنس کال پہ ہے۔ کیسے ہیں اج میرا موڈ بڑا اچھا وے تے میں پپو ملک نال ڈاکٹر صاحب صلح کرنا چاہنا۔ ہاں کرو میں سن رہا ہوں۔ ٹھیک ہے، تسی بھی تھلے بیٹھ کے سنو ڈاکٹر صاحب تسی تھلے ٹر جاؤ۔ ڈاکٹر صاحب میں آپ کے لیے آیا ہوں، آپ سے کوسچن پوچھنا تھا اگر اجازت ہے تو۔ نہیں وہ دیکھیں، نہیں آپ ڈاکٹر صاحب سے نہیں پوچھیں گے، آپ مجھ سے کوسچن پوچھیں گے۔ چلیں تسی کام کرو، میں بیٹھ کے سن۔ ڈاکٹر صاحب جان تو پہلے ایک سوال تہاڈے نال کرنا چاہنا کہ پپو ملک 1 منٹ رکنا یار، تو نہ صلح کرن لگے تے پھر تو جاہل پہ کہنا میں گالی بازاں نال تے گستاخاں نال گل نہیں کردا۔ جزاک اللہ۔ اچھا تیرے پپو ملک صاحب دی ماں، اوئے نہیں شاہ جی نہ گالا کٹو، شاہ جی پلیز نہ یار، شاہ جی بندہ بجا دیتا ہے، شاہ پہلے گل نہیں شاہ جی میں میوٹ میں تھلے لا دینا جے، میں اج میرا موڈ صحیح ہے تے پپو ملک نو کال تے لو، پپو ملک کال تے اینو لائیو شیئر کرو یار، لائیو شیئر کرو پپو ملک نو۔ السلام علیکم ورحمۃ اللہ، شاہد بھائی کیسے ہیں؟ ٹھیک ہیں؟ وعلیکم السلام۔ آج میرا پپو ملک سیریسلی موڈ بہت اچھا ہے، میں نے اسپیشل براڈ تیرے لیے لگائی ہے، اوپر آ، جلدی سے اوپر آ جا، جتنے بھی ہیں تو اتنے آ جا۔ تو میرا موڈ خراب ہوا نا، جیسے میں سون تو پہلے نا مرزے دی جنی بھی تعلیم ہے نا ساری تینوں دے کے سونی ہے، یاد رکھی، ٹھیک ہے؟ بعد چ نہ کہیں من۔ اچھا شاہد بھائی اپنے نا سکندر مرزا بھائی آئے نے نا، سن لو جی سکندر صاحب، ڈاکٹر صاحب معذرت کے ساتھ کیونکہ وہ آپ کے والی محفل نہیں ہے۔ جی سکندر مرزا صاحب۔ شاہد بھائی میں نے آپ کو یہ کہنا تھا کہ ڈاکٹر صاحب کو ذرا اوپر لے کے بات کروا سکتے ہیں؟ ڈاکٹر صاحب اوپر آئیں اگر بیٹھے ہوئے تو۔ ڈاکٹر صاحب چلے گئے میرے خیال، ڈاکٹر صاحب چلے گئے ہیں۔ انشاءاللہ رات کو جو لائیو ہوگی نا تو ڈاکٹر صاحب سے آپ کو ملاقات کروائیں گے۔ اسکندر بھائی جرمن والے ہیں نا؟ کس ٹائم ہوگی؟ شاہ جی تسی بھی اتنے آئیے ذرا پلیز۔ تقریباً اسکندر بھائی 8 بجے نا، 8 بجے وہ 8-9 بجے آپ آ جائیں جرمن ٹائم سے نا، رات کو
पाकिस्तान का टाइम? नहीं, रात का यूके का टाइम यार। स्वांसी शुगर। आपका भी क्या टाइम हुआ है उधर? मैं तो यार अभी इधर ऑस्ट्रेलिया में हूँ, यहाँ पे तो 11:30 हो रहे हैं रात के। अच्छा, रात के 11:30। हाँ यार फिर वो थोड़ा सा ना वो हो जाएगा, काफी लेट हो जाएगी यार। शहर ने सारा काम जड़ा ना खराब कर छड़ा कसम है। चलें कोई नहीं, बहरहाल इंशाल्लाह फिर कहीं पे डॉक्टर साहब रात को जब भी मेरी लाइव ऑन होगी तो डॉक्टर साहब इधर ही होते हैं। तो शायद भाई डॉक्टर साहब को कॉल करके बुला लें आप प्लीज। डॉक्टर साहब ਹੁਣ ਕੰਮ ਦੇ ਉੱਤੇ ਨੇ, ਕੋਸ਼ਿਸ਼ ਕਰਕੇ ਦੇ ਸ਼ਾਹ ਨੂੰ ਸ਼ਾਹ ਜੀ ਮੈਨੂੰ ਲੱਗਦਾ ਹੁਣ ਮੈਂ ਤੁਹਾਡੇ ਤੇ ਸ਼ੁਰੂ ਹੋ ਜਾਵਾਂ ਹੈ। अस्सलाम वालेकुम जनाब, मैं डॉक्टर साहब को मैं थल्ले पेंदा नहीं पप्पू मलक। सलाम रहमतुल्लाहि व बरकातहू। शायद भाई पप्पू मलक है ही नहीं ਇੱਥੇ ਤੇ ਉਹਨੂੰ ਕਿੱਥੇ ਕਰਾ यार थल्ले पे पप्पू मलक मुर्तजा पप्पू मलक आ गया। बड़े अरसे बाद देखे ने शाह जी अमर भाई सर्जन मुर्तजा बाम साहब कैसे हैं? ठीक हैं जी, मैं अल्लाह ताला का फजल है। आप ठीक हो ना? जी अल्हम्दुलिल्लाह मुर्तजा बाम साहब थोड़ी देर ਤੁਸੀਂ ਜਿਹੜਾ ਨਾ ਨੀਚੇ ਬੈਠੋ ਤੇ ਮੈਂ ਪੱਪੂ ਮਲਕ ਨਾਲ ਸੁਲ੍ਹਾ ਕਰ ਲਾਂ ਤੇ ਫਿਰ ਮੈਂ ਤੁਹਾਨੂੰ ਉੱਤੇ ਠੀਕ ਹੈ जी बेहतर है, कोई ऐसी गल नहीं। ਮਿਹਰਬਾਨੀ, ਥੈਂਕ ਯੂ। ਕਿਉਂਕਿ ਪੱਪੂ ਮਲਕ ਨੇ ਨਾ ਕੁਛ ਮੇਰੇ ਨਾਲ ਗੱਲਾਂ ਕਰਨੀਆਂ। ਪੱਪੂ ਮਲਕ ਉੱਤੇ ਅਕਾਲ ਤੇ ਸਿਕੰਦਰ ਭਾਈ ਆਪ ਵੀ ਥੋੜੀ ਦੇਰ ਕੇ ਲਈ ਨੀਚੇ ਬੈਠ ਯਾਰ ਦੇਖੋ ਅੱਲਾ ਦੇ ਬੰਦੇ ਉੱਤੇ ਬੈਠੇ ਹੋਣਗੇ ਤੇ ਮੈਂ ਆਵਾਂਗਾ। ਹੁਣ ਤੁਸੀਂ ਅੱਲਾ ਦੇ ਬੰਦੇ ਥੱਲੇ ਲਾਉਂਦੇ ਹੋ, ਇਹਦਾ ਮਤਲਬ ਹੈ ਤੁਹਾਡੀ ਗੰਦੀ ਸੋਚ ਗੰਦੀ ਨਹੀਂ ਹੈ ਤੇ ਲਿਆਦਾ ਮੈਂ नहीं पप्पू मलक लिसन, मैं एक ही इबारत स्पेशल तेरे वास्ते लिख के लाई है कि पप्पू मलक आज मेरा मूड बहुत अच्छा है और चलो सुलह करें। यार ਇਹਨੂੰ ਕੌਣ ਥੱਲੇ ਲਾਉਂਦਾ ਭਾਈ? ਆਪ ਹੀ ਡਿੱਗਦਾ ਪਿਆ ਥੱਲੇ। ਆਪੇ ਚੱਲ ਜਾਂਦਾ ਵਾ, ਅਸੀਂ ਕਿਸੇ ਬੰਦੇ ਨੇ ਨਹੀਂ ਥੱਲੇ ਲਾਇਆ। ਚਾ ਪੱਪੂ ਉਹ ਬੜਾ ਭੈਣ ਹੀ ਹੱਕ ਹੋਏ ਜਿਹੜਾ ਤੈਨੂੰ ਥੱਲੇ ਲਾਏ। ਇਹਦੇ ਤੋਂ ਵੱਡੀ ਗੱਲ ਹੈ ਕੋਈ? ਆ ਜਾ ਉੱਤੇ। ਓਏ ਉਹ ਸ਼ਾਇਦ ਭਾਈ ਆਂਦੇ ਨਾ ਕਿ ਅੰਧੇ ਕੋ ਦੂਰ ਕੀ ਸੂਜੀ ਤੇ ਉਹ ਉੱਤੇ ਆਉਂਦਾ ਵੇ ਇੱਕ ਗੱਲ ਕਰਦਾ ਤੇ ਅੱਲਾ ਤੇਰੀ ਯਾਰੀ। ਪੱਪੂ ਮਲਕ ਮੈਂ ਤੈਨੂੰ ਕਾਲ ਪਿਆ ਪਾਣਾ, ਉੱਤੇ ਆ ਠੀਕ ਹੈ। ਹਾਂ ਸਭ ਆ ਗਏ। ਸਲਾਮ ਅਲੈਕੁਮ ਵਰਹਿਮਤੁल्लाहि ਵਬਰਕਾਤੁਹ। ਪੱਪੂ ਮਲਕ ਮੈਂ ਤੇਰੇ ਨਾਲ ਸਵਾਲ ਹੈ ਪੁੱਛਣੇ ਨੇ ਕਿ ਆਇਆ 90% ਮੁਸਲਮਾਨ ਮਰਦਈ ਜਿਹੜੇ ਨੇ ਕਾਦੀਆਨੀ ਨੇ, ਤੁਸੀਂ ਸਾਊਥ ਹਾਲ ਦੇ ਵਿੱਚ ਜਿਹੜਾ ਮਜ਼ਵਾੜਾ ਵਹਾਇਆ ਵੇ ਉਹ ਕਿਸ ਖੁਸ਼ੀ 'ਚ ਵਹਾਇਆ ਵੇ ਤੇ ਤੂੰ ਅੱਜ ਇੱਥੇ ਕਲਮਾ ਪੜ੍ਹ ਕੇ ਇਹ ਕਹਿ ਦੇ ਕਿ ਤੇਰਾ ਰਿਸ਼ਤੇਦਾਰ ਤੇਰੀ ਵਹੁਟੀ ਕੋਈ ਐਸੀ ਕੋਈ ਚੀਜ਼ ਨਹੀਂ ਹੈ ਜਿਨ੍ਹਾਂ ਦਾ ਮਰਦਈਆਂ ਨਾਲ ਤਾਲੁਕ ਹੈ, ਇਹ ਤੇਰੀ ਫੋਟੋ ਵੀ ਥੱਲੇ ਉਤਰ ਜੇਗੀ ਤੇ ਅਸੀਂ ਤੈਨੂੰ ਕਦੀ ਵੀ ਕੁਛ ਨਹੀਂ ਕਹਾਂਗੇ। ਉੱਤੇ ਆ ਕੇ ਤੇ ਕਲਮਾ ਪੜ੍ਹ ਕੇ ਚੀਜ਼ਾਂ ਦੱਸ ਦੇ ਤੇ ਅਸੀਂ ਤੇਰੀ ਜਾਨ ਬਖਸ਼ ਦਿੰਦੇ ਹਾਂ ਠੀਕ ਹੈ। ਆ ਜਾ ਉੱਤੇ ਕਾਲ, ਹਿੰਮਤ ਹੈ ਹੀ ਨਾ। ਇਸ ਟਾਈਮ 34 ਬੰਦੇ ਸੁਣਦੇ ਨੇ ਪਏ। ਮੇਰੇ ਇਹ ਸਵਾਲ ਨੇ, ਇਹਨਾਂ ਦਾ ਜਵਾਬ ਦੇ ਦੇ ਤੇ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ। ਤੇ ਜੇ ਤੂੰ ਨਾ ਆਇਆ ਤੇ ਮੈਂ ਹੁਣ ਸੌਣ ਲੱਗਾ ਤੇ ਫਿਰ ਮੈਂ ਮਿਰਜ਼ੇ ਦੀ 1379 ਜਿਹੜੀਆਂ ਗਾਲਾਂ ਨੇ ਨਾ ਉਹ ਸਾਰੀਆਂ ਤੈਨੂੰ ਕੱਢ ਕੇ ਨਾ ਤੇ ਫੇਰ ਸੌਂਤਾ ठीक है। पप्पू जानी आज टाइम आ गया मलकों का नाम बनाने का। आज माइक पकड़ो और कह दो चल सिमरन जी ले अपनी जिंदगी। मैं जड़ा ना मेरे कुछ 1479 सॉरी फैज भाई यार ये बाबा 38 कौन है? नहीं यार ले लो काल जी बाबा जी। ਓਏ ਮੈਂ ਤੇਰੀ ਮਾਂ ਦੇ ਪੁੱਤੇ 'ਚ ਜ਼ਨਾ ਮਾਰਾਂ ਕਿਸੇ ਕਿਸ਼ਤੀ ਮਾਂ ਦੇ ਬੱਚਾ। ਮੈਂ ਤੇਰੀ ਨਾਬਾਲਿਗ ਧੀ ਤੋਂ ਪ੍ਰੈਗਨੈਂਟ ਕਰਦਾ ਟੈਕਸੀ ਖਤਮ ਹੁੰਦੇ ਆ ਬੱਚਿਆ। ਕਿਸੇ ਗਾਲ ਕੱਢਿਆ ਹੁੰਦੇ ਆ ਬੱਚਿਆ। ਕੋਈ ਨਾ ਕੱਢੇ ਕਿਸ਼ਤੀ ਦੇ ਬੰਦੇ ਨੂੰ ਗਾਲ ਕੋਈ ਨਾ ਕੱਢੇ। ਤੇਰੀ ਭੈਣ ਦੇ ਘੂਸੇ ਦੇ ਚੜ ਕੇ ਬੰਦੇ ਬੱਚਿਓ ਤੇਰੇ ਬਾਬੇ ਦੀ ਭੈਣ ਨਾਲ ਜ਼ਨਾ ਕਰਾਂ ਕੁੱਤੇ ਦੇ ਆ ਪੁੱਤਰਾ। देखे बाबा बच्चे ना कोई है तू तेरी औकात ना कोई जात तेनू ਅਸੀਂ ਗਾਲਾਂ ਕੱਢਣ ਵਾਸਤੇ ਬੁਲਾਇਆ ਐਵੇਂ ਭੈਣ ਨੂੰ ਲੋਲੀ ਤੂੰ ਆਪਣੀ ਮਾਂ ਦੀ ਕੁੱਸ ਦਾ ਛਾਪਰ ਖੋਲ ਲੈ ਕਿਸੇ ਗਸ਼ਤੀ ਦੇ ਬੱਚਿਆ। ਤੇਰੇ ਬਾਬੇ ਦੀ ਬੀ ਕੱਢ ਕੇ ਤੇਰੀ ਅੰਮਾ ਦੀ ਕੁੱਸ ਸੁਣ ਕੇ ਪੂਰੀ ਟਿਕਟਕ ਦੇ ਉੱਤੇ ਨੰਗਾ ਨਚਾਵਾਂ ਤੈਨੂੰ ਕੁੱਤੀ ਦੇ ਬੱਚਿਆ। देख लिया बाबा भाई अब आप एक बात ਕੁੱਸ ਖਾਣੇ ਉੱਤੇ ਆ ਤੇਰੀ ਭੈਣ ਦੇ ਛੋਲੇ ਚ ਲੁੱਲੇ ਪਾਵਾਂ ਤੇ ਤੇਰੇ ਮਿਰਜ਼ੇ ਜੇਲ੍ਹ ਮੀ ਜਹੰਨਮੀ ਦੀ ਮਾਂ ਦੇ ਘੂਸੇ ਚ ਲੁੱਲਾ ਕਿਸੇ ਕੁੱਤੀ ਦੇ ਪੁੱਤਰਾ। लो मेरा जेल में ਦਾ ਮੁਜਰਾ ਬਹਾਵਾ ਇੱਥੇ ਗਸ਼ਤੀ ਦੇ ਬੱਚੇ। ਤੂੰ ਆਪਣੀ ਅੰਮਾ ਦਾ
ਤੇਰੀ ਮੈਂ ਬੁੰਡ ਚ ਪਾਵਾਂ ਤੇ ਤੈਨੂੰ ਪਾਦਾ ਨਾ ਮਾਰਨ ਦਵਾਂ ਤੇ ਤੂੰ ਕਹੇ ਮੇਰੀ ਆਖਰੀ ਖਵਾਇਸ਼ ਪੂਰੀ ਕਰ ਕੁੱਤੀ ਦੇ ਆ ਪੁੱਤਰਾ ये लो ये बाबा जी अभी देखो पूरा खानदान चुदरा है ना फिर एक गाली नहीं देनी थी अभी वो सारा ਪੱਪੂ ਦਾ ਬਹਿਨੋਈ ਸਾਜੇ ਬਾਬਾ ਜੀ ਉਹਨੇ ਜ਼ਿੱਲੀ ਬਰੂਜ਼ੀ ਬਹਿਨੋਈ ਭੇਜੇ ਜਾ ਕੇ ਉਹਨੂੰ ਗਾਲਾਂ ਕੱਢ ਕੇ ਤੁਹਾਡੀ ਭੈਣ ਦੇ ਫੁੱਦੇ ਤਹਿ ਲਾ ਦੇਗਾ ਕੁੱਤੇ ਦੇ ਪੁੱਤਰੋ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਪੱਪੂ ਨਾਲ ਸੁਲ੍ਹਾ ਕਰਨੀ ਹੈ ਤੇ ਮੈਂ ਐਸੇ ਮਾਰੇ ਉੱਤੇ ਚੜਿਆ ਅੱਜ ਪੱਪੂ ਤੂੰ ਆਪਣੇ ਬਹਿਨੋਈ ਨਾ ਭੇਜ ਭੈਣ ਨੂੰ ਲੋਲੀ ਇੱਥੇ ਤੇਰਾ ਜਿਹੜਾ ਬਹਿਨੋਈ ਬੈਠਾ था ना डायरेक्ट ਉੱਥੇ ਆ ਕੇ ਗੱਲ ਕਰ ਤੇਰੀ ਮਾਂ ਦੇ ਫੁੱਦੇ ਚ ਲੁੱਲੇ ਮਾਰਾ देखिए बाबा जी वो आपके चक्कर में पप्पू की भी मां बहन को गालियां पड़ रही है इसमें आपको कसूर नहीं है बाबा चल नहीं रहे तेरी निक्की ने लाने बड़ी कीती फिर चल नहीं रहे तेरी ਭੈਣ ਦੀ ਤੁਸੀਂ ਹੋਵੇ ਆਪਣੀਆਂ ਔਕਾਤਾਂ ਜਿਹੜੀਆਂ ਤੁਹਾਡੀਆਂ ਪੂਰੇ ਅਸਲੀ ਚਿਹਰੇ ਨਾਲ ਆਓ ਨਾ ਕਿਹੜੇ ਕਿਹੜੇ ਗੰਦੀ ਨਸਲ ਦੇ ਹੋ ਤੁਸੀਂ ਤੇਰੀ ਮੈਂ ਬੋਲ ਚ ਉਂਗਲ ਪਾ ਕੇ ਤੇ ਤੇਰੀ ਬੇੜ ਵਾਲਾ ਕੱਢਾਂ ਜਿਹੜਾ ਤੇਰੇ ਅੰਦਰ ੜਿਆ ਸਾਲਿਆ ਲੋਲੋ ਜੀ ਮੈਂ ਏਡੀ ਵੱਡੀ ਬਾਰਤ ਲਾਈ ਦੀ ਕੁੱਤੇ ਦੇ ਪੁੱਤਰੋ ਅੱਜ ਮੇਰਾ ਮੂਡ ਸਹੀ ਹੈ ਹੁਣ ਸੁਣੋ ਫਿਕਾਰਾਂ ਤੁਹਾਡੀ ਮਾਂ ਦੇ ਫੁੱਦੇ ਦੇ ਉੱਤੇ ਅੱਛਾ ਸ਼ਾਇਦ ਫੁੱਡੇ ਮਾਰਾਂ ਭੈਣ ਦੀ ਕੋਈ ਸ਼ਾਇਦ ਭਾਈ ਹੁਣ ਉਹਨਾਂ ਮਰਜ਼ਈਆਂ ਨੂੰ ਗੁੱਸਾ ਇਸ ਤੋਂ ਹੁੰਦਾ ਵੇ ਤੁਸੀਂ ਜਿਹੜਾ ਨਾ ਗਾਲਾਂ ਡਾਇਰੈਕਟ ਕਰਦੇ ਉਹਨਾਂ ਨੂੰ ਬੋਲਿਆ ਕਰੋ ਜ਼ਿੱਲੀ ਬਰੂਜ਼ੀ ਇਹ ਨਾਲ ਨਾ ਬੋਲਿਆ ਕਰੋ ਤੁਹਾਡੀ ਮਾਂ ਦੀ ਫੁੱਦੀ ਮਾਰਾਂ ਜ਼ਿੱਲੀ ਬਰੂਜ਼ੀ ਤੌਰ ਤੇ ਇਹ ਕਿਆ ਕਰੋ ਤੁਸੀਂ ਐਵੇਂ ਨਹੀਂ ਕਹਿੰਦੇ ਯਾਰ मैनू जोश में चलाओ इन्होंने गाली नहीं दी है तो आराम से सारे बैठे हुए थे अपना नहीं देखिए मैं किसी को गाली नहीं दी है किसी को गाली नहीं दी है और ये तुम जो बकवास कर रहे हो ना मुझे पता है किस रिमस के गंदे नस्ल अंडे हो तुम लोग बगैर तो हिम्मत है तो अपनी जुबान अपनी आप जी वालेकुम सलाम इन्ना भैन चोदां नूं गालां ना कड्ढिया करो इन्हां दे मिर्जे नूं गाल कड्ढिया करो बस नहीं इन्हां नूं गालां ना कड्ढिया करो इन्हां दी मावां भैणां कड्ढिया करो इन्हां दी मां दे पुत्ते मारा बाबा जी सुनना नो कहना और बोलना एक बराबर होता है वो मिर्जा साहब को भी गालियां पड़ रही है ਇਹਨੂੰ ਕਾਲ ਦੇ ਉੱਤੇ ਲਵੋ ਜ਼ਰਾ ਕਾਲ ਦੇ ਉੱਤੇ ਲਵੋ ਇਹਨੂੰ ਕਾਲ ਦੇ ਉੱਤੇ ਤੇਰੇ ਮਿਰਜ਼ੇ ਗੁਲਾਮ ਅਹਿਮਦ ਦੀ ਭੈਣ ਦੇ ਫੁੱਦੇ ਤੇ ਘੋੜਾ ਛੱਡਾ ਮੈਂ ਨਾ ਠਹਿਰੋ ਯਾਰਾ ਪਲੀਜ਼ ਬਾਬਾ ਜੀ ਤੁਸੀਂ ਮੈਨੂੰ ਹਾਂ ਸਾਹਿਬ ਇੱਕ ਸੈਕਿੰਡ ਰੁਕੇ ਬਾਬਾ ਜੀ ਤੁਸੀਂ ਮੈਨੂੰ ਗਾਲਾਂ ਕਿਉਂ ਕੱਢੀਆਂ ਮੈਨੂੰ ਗਾਲਾਂ ਕਿਉਂ ਕੱਢਣਾ ਪਿਆ ਮੈਨੂੰ ਪਹਿਲੇ ਰੀਜ਼ਨ ਦੱਸ ਦੇ ਗੱਲ ਸੁਣ ਨਾ ਮੇਰੀ ਇੱਕ ਮਿੰਟ ਚੁੱਪ ਕਰ ਓਏ ਦੀਨਾ ਚੱਕ ਜਿਹੜਾ ਨਾ चली जाएगी नहीं छोड़ दे बाबा मुझे ये बता तू मुझे गाली क्यों दी है मैंने कुछ भी नहीं ਕੁੜੀ ਨਾਲ ਜ਼ਨਾ ਕਰਕੇ ਉਹਨੂੰ ਪ੍ਰੈਗਨੈਂਟ ਕਰਦੇ ਜਿਹੜੀ 10-12 ਸਾਲ ਦੀ ਕਿਸ਼ਤੀ ਖਤੂਨ ਦਾ ਬੱਚਾ ਤੇਰੇ ਕਾਸਮ ਜੱਟ ਮਸੱਲੀ ਚੂੜੇ ਮਸੱਲੀ ਦੀ ਵੀ ਭੈਣ ਦਾ ਖੁੱਤਾ ਤੁਹਾਡੀ ਮੈਂ 15-16 ਸਾਲ ਦੀ ਬੱਚੇ ਨੂੰ ਪ੍ਰੈਗਨੈਂਟ ਕਰਦਾ ਕਿਸ਼ਤੀ ਮਾਂ ਦੇ ਬੱਚੇ ਹੋ ਕੇ ਬੱਚੇ ਪਾਲਦੇ ਰਹੇ ਆਪਣੇ ਕੰਜਰੀ ਖਤੂਨ ਦੇ ਬੱਚੇ ਤੁਹਾਡੇ ਕੱਲੇ ਦੀ ਔਰਤਾਂ ਇਹ ਸਾਰੀਆਂ ਮਰਦੀਆਂ ਮੈਂ ਖੁੱਦਾ ਵਾਦਾ ਤੁਸੀਂ ਸਿਆਣੂ ਕਰਦੇ ਆ ਤੁਹਾਡਾ ਖਾਨਦਾਨ ਸਾਡੇ ਮਸੱਲੀ 50 ਮਸੱਲੀ ਅਸੀਂ ਇੱਕ ਮਰਦ ਭੈਣ ਚੋਦੋ ਚੂੜੇ ਮਸੱਲੀ तेरे दीने चक के पूरे पिंड दी मैं पैर का मरियो चूड़े कमियों ਤੁਸੀਂ ਸਾਨੂੰ ਗੱਲਾਂ ਕਰਦੇ ਹੋ ਚੂੜੋ ਕਮੀਓ ਬੰਦਿਓ ਸੂਰੋ ਤੁਹਾਡੀ ਆਵਾਜ਼ ਆ ਤਾਂ ਹੈ ਭੈਣ ਦੇ ਮੋੜਿਓ ਤੁਹਾਡੀਆਂ ਕਮੀਓ ਕਮੀਨੋ ਤੁਹਾਡੀ ਯਾਦ ਹੀ ਨਹੀਂ ਹੈ ਤੁਸੀਂ ਭੈਣ ਚੋਦੋ ਮੈਨੂੰ ਸ਼ਕਲ ਬਣਾਉਣ ਦੀ ਗੱਲ ਕਰ ਰਹੇ ਤੁਸੀਂ ਮੈਨੂੰ ਸਾਹਮਣੇ ਆਪਣੀ ਕੁੜੀ ਦਾ ਲਾਈ ਨਾ ਥੱਲੇ ਤੇਰੀ ਮਾਂ ਦੀ ਕਸਮ ਜਰਮਨੀ ਵੜ ਗਏ ਹੋ ਭੈਣ ਚੋਦੋ ਛੁਪੇ ਹੋ ਭੈਣ ਨੂੰ ਡੁੱਲ ਮਾਰਾ ਤੁਹਾਡੀ ਤੇ ਘੋੜਾ ਛੱਡਾ यार नहीं आ रहा है क्या बनेगा यार इस गरीब का बाबा आपकी आवाज ਘੋੜਾ ਛੱਡਾ ਤੁਹਾਡੀ ਮਰਜ਼ੀ ਤੁਹਾਡੇ ਮਿਰਜ਼ੇ ਗੁਲਾਮ ਅਹਿਮਦ ਦੀ ਭੈਣ ਦੇ ਫੁੱਦੇ ਤੇ ਘੋੜਾ ਛੱਡਾ ਇੱਕ ਘੋੜਾ ਛੱਡਾ ਭੈਣ ਚੋਦੋ मिर्जा साहब को भी नहीं छोड़ा ना उसकी बहन को भी नहीं म्यूट करी ना करो ना ਜਿਹੜੇ ਐਡਮਿਨਸ ਹੋ ਇਸ ਨੂੰ ਪਹਿਲੇ ਮਿਊਟ ਕਰਕੇ ਕੱਢੋ ਸਾਹਮਣੇ ਆਓ ਵੀਡੀਓ ਸ਼ੋ ਕਰੋ ਜਿੱਥੇ ਜਿੱਥੇ ਕੁੱਤੇ ਹੋ ਬੈਠੇ ਹੋ ਤੁਹਾਡਾ ਪਤਾ ਲੱਗੇ ਜੇ ਜਣੇ ਹੋ ਤੇ ਅੱਛਾ ਦੀਨਾ ਇੱਕ ਮਿੰਟ ਸ਼ਾਇਦ ਭਾਈ ਕਾਫਰ ਹੋ ਭੈਣ ਚੋਦੋ ਤੁਸੀਂ ਆਓ ਤੁਸੀਂ ਮੈਕ ਤੋਂ ਬੈਠੇ ਹੋ ਦੂਰ ਬੈਠੇ ਹੋ ਆਵਾਜ਼ ਨਹੀਂ ਹੁੰਦੀ ਵੀ ਸਹੀ ਨਹੀਂ ਭੈਣ ਚੋਦੋ ਸਾਡਾ ਹੀ ਕੁਰਾਨ ਲੈ ਕੇ ਸਾਡੀਆਂ ਗੱਲਾਂ ਲੈ ਕੇ ਸਾਡੀ ਹਦੀਸ ਲੈ ਕੇ ਭੈਣ ਚੋਦੋ ਸਾਡੇ ਤੇ ਹੀ ਠੋਕਦੇ ਆ ਤੁਹਾਡੀ ਭੈਣ ਨੂੰ ਮਈਆਂ ਕੋ ਕੁੱਤਾ ਭੈਣ ਕਿੱਥੋਂ ਲੈਂਦਾ ਤੁਸੀਂ अच्छा वो घोड़ा लेके जो मिर्जा साहब के ऊपर चढ़ गए आप मुझे बताओ बाबा ये आपने अच्छा काम किया मिर्जा साहब को आपने गालियां पढ़ाई हमने ਸਾਡੇ ਕੁਰਾਨ ਨਾਲ ਤੁਹਾਡਾ ਕੀ ਤਾਂ ਲੱਗੇ ਭੈਣ ਚੋਦੋ ਆਪਣੀ ਨਵੀਂ ਪਛਾਣ ਬਣਾਓ ਭੈਣ ਨੂੰ ਜਾਓ ਜਿਹਨੂੰ ਦਿਲ ਜੇ ਮੰਨੋ ਕੁੱਤੇ ਨੂੰ ਮੰਨੋ ਸੂਰ ਨੂੰ ਮੰਨੋ ਜਿਹਨੂੰ ਦਿਲ ਜੇ ਮੰਨੋ ਜਾ ਕੇ ਹੁਣ ਆਂਦੀ ਪਈ ਵੌਇਸ ਮੇਰੀ ਹਾਂ ਹੁਣ ਨਾ गाली क्यों नहीं दे ਤੁਹਾਡੇ ਮਿਰਜ਼ੇ ਦੀ ਭੈਣ ਤੇ ਘੋੜਾ ਛੱਡਾਂ ਬਸ ਇਹੀ ਗੱਲ ਕਰਨੀ ਹੁਣ सुन लिया बाबा जी ठहर जाओ जरा यार एक सेकंड रुको बाबा जी ठहर जाओ मेरी वॉइस होन सही आंदी है ना भाई नहीं माइक च बोलो ये ना डारिया लाया जे दूसरा माइक जेड़ा लाया जे ओंदे च बोलो करी ਭੈਣ ਜੋ ਜਣਾ ਖਣਾ ਆਣ ਕੇ ਇੱਥੇ ਉਹਨੇ ਸਾਡੀ ਕਿਤਾਬ ਲਾਈ ਹੈ ਸਾਨੂੰ ਗਾਲਾਂ ਕੱਢਦਾ ਜਣਾ ਖਣਾ ਆਣ ਕੇ ਇੱਕ ਮਿੰਟ ਦੀਨਾ ਭਾਈ ਇੱਕ ਮਿੰਟ ਭਾਈ ਠਹਿਰ ਜਾਓ ਦੀਨਾ ਭਾਈ
ਭਾਈ ਤੁਹਾਡੀ ਆਵਾਜ਼ ਫੈਲਦੀ ਪਈ ਹੈ, ਲੇਕਿਨ ਬਾਕੀ ਜਿਹੜੇ ਮੈਂਬਰਸ ਨੇ ਉਹਨਾਂ ਦੀ ਇਹ ਨਾ ਆਵਾਜ਼ ਨਾ ਜ਼ਿਆਦਾ ਹੁੰਦੀ ਇੱਥੇ ਸਹੀ ਇੱਥੇ ਸਹੀ ਆ। ਥੋੜੀ ਬੇਸ ਨਾ ਘੱਟ ਚਾ ਜਾਂਦੀ ਕਰੋ, ਯਾਨੀ ਕਿ ਬੇਸ ਦਾ ਮਸਲਾ ਹੁੰਦਾ ਪਿਆ, ਜ਼ਿਆਦਾ ਬੇਸ ਕੀਤੀ ਜਾ। ਹੁਣ ਠੀਕ ਹੈ। हाँ जी बाबा आ गया। बाबा जी अगर गाली दिया ना मिर्जा से ये लोग गाला किलो जिन्नियां मर्जी पर सुनो भी तो सही ना किसी कंजरी दे बच्चे हो तुसी पहले गाल कड्डी है तुसी भैन दी फुद्दी होवे तेरी मां दे लोला मारा कुत्ती मां दे बच्चे मिर्जा आप भैन तो गाला सुनना सब बुला दियो भैन तो फिर आप ही ला दिंदे हो दिन मैं ਤੁਹਾਡੀ ਭੈन ਤੇ ਚੱਕ ਦਿਆਂ ਕਿਸੀ ਮਾਂ ਦੇ ਬੱਚੋ ਮੈਂ ਤਾਂ ਚੜਾਂਗਾ ਫਿਰ ਨਾ ਲਾਓ ਭੈਨ ਜਦੋਂ ਪ੍ਰੈਗਨੈਂਟ ਹੋ ਜਾਣਾ ਉਹਨੇ ਕਿਤੇ ਖੁੱਤੀ ਮਾਂ ਦੇ ਬੱਚੋ ਤੁਸੀਂ ਸਾਨੂੰ ਗਾਲਾਂ ਕੱਢਦੇ ਹੋ ਤੁਹਾਡੀ ਆਵਾਜ਼ ਦਾ ਕਮੀ ਕਮੀ ਤੁਸੀਂ ਓਏ ਕਿਸੇ ਕੰਜਰੀ ਨਸਲ ਦੇ ਆ ਬਾਬੇ ਤੂੰ ਹੈ ਭੈਣ ਦੀ ਕੁੱਤ ਖਾਣਾ ਰੰਡੀ ਦਾ ਬੱਚਾ ਨਾ ਤੇਰੀ ਮਾਂ ਨਾਲ ਜ਼ਨਾ ਕਰਦੇ ਆ ਕਿਸੇ ਕੁੱਤੇ ਦੇ ਆ ਪੁੱਤਰਾ ਤੇਰੀ ਭੈਣ ਦਾ ਫੁੱਗਾ ਪਾੜਿਆ ਇੱਥੇ ਮਾਦਾ ਘੂਸਾ ਲੈਣਾ ਆ ਕੁੱਤੇ ਦਾ ਪੁੱਤਰਾ ਗਾਲ ਕੱਢੇ ਉਹਨੂੰ ਮੈਂ ਤੇਰੀ ਭੈਣ ਦੀ ਫੁੱਦੀ ਚੀਜ਼ ਤੇ ਆ ਕਿਸੇ ਕੱਪੀ ਉੱਤੇ ਆ ਬੱਚਾ ਤੇਰੀ ਮਾਂ ਦਾ ਫੁੱਟਾ ਪਾਣਾ ਤੇ ਫੁੱਦੇ ਦੇ ਉੱਤੇ ਪੱਪੂ ਮਲਕ ਦਾ ਲੁੱਲਾ ਮਾਰ ਕੇ ਤੇਰੀ ਅੰਮਾ ਦੀ ਗਰਦਨ ਵੱਢਦੇ ਆ ਮਾਂ ਦੀ ਕੁੱਟ ਖਾਣਿਆ ਰੁੱਟੀ ਦੇ ਬੱਚੇ ਤੇਰੀ ਭੈਣ ਦਾ ਤੇਰੇ ਮਿਰਦੇ ਦੀ ਭੈਣ ਤੇ ਘੋੜਾ ਛੱਡਾਂਡੂ ਦਾ ਬੱਚਾ ਤੇਰੀ ਆਵਾਜ਼ ਤੇਰੀ ਘੋੜਾ ਛੱਡਾ ਤੇਰੀ ਭੈਣ ਦੇ ਢਿੱਲੇ ਨੂੰ ਬਲੇ ਲਾਵਾਂ ਤੇ ਘੋੜਾ ਛੱਡਾਂ ਦੇ ਤੇਰੀ ਭੈਣ ਦੇ ਢਿੱਲੇ ਤੇਰੀ ਤੇਰੀ ਮਾਂ ਦੇ ਘੋੜਾ ਛੱਡਾਂ ਬਾਬਾ ਜੀ ਔਰਤ ਹੈ ਬੱਚਿਆ ਬੱਚਾ ਕਿਸ਼ਤੀ ਤੇਰੀ ਮਾਂ ਦਾ ਘੋੜਾ ਤੇਰੀ ਮਾਂ ਦੇ ਮੈਂ ਕਿਸੇ ਕੰਜਰੀ ਔਰਤ ਹੈ ਬੱਚਿਆ ਤੇਰਾ ਦਿਲ ਕਰਦਾ ਮੈਂ ਤੇਰੀ ਭੈਣ ਦੇ ਘੂਸੇ ਦੇ ਮੇਰੇ ਦੀ ਮਾਂ ਦਾ ਘੋੜਾ ਛੱਡਾ ਬੱਚਿਆ ਤੇਰੇ ਬਾਬੇ ਦੀ ਮਾਂ ਨਾਲ ਜ਼ਨਾ ਕਰਾ ਕਿਸੇ ਮੈਂ ਤੁਹਾਡੀਆਂ ਉਹ ਤੇਰੀ ਮਾਂ ਤੇ ਘੋੜਾ ਮਿਲਿਆ ਤੇਰੀ ਭੈਣ ਦਾ ਘੂਸਾ ਜੀ ਮਿਲਿਆ ਤੇਰੀ ਮਾਂ ਦੇ ਤੇਰਾ ਸਿਰ ਵਾਰ ਦਿਆ ਤੇ ਕਗਰ ਨਲੀ ਭੈਣ ਚੋਦ ਤੁਸੀਂ ਇਸਲਾਮ ਤੇ ਗੱਲ ਕਰੋ ਜਣਾ ਖਣਾ ਇੱਥੇ ਆ ਕੇ ਭੈਣ ਚੋਦ ਉਧਰ ਮੈਂ ਬੜਾ ਹੀ ਆ ਕੀਤਾ ਸਰਦਾਰਾਂ ਸਿੱਖਾਂ ਦਾ ਵੀ ਭੈਣ ਚੋਦ ਜੇ ਤੁਸੀਂ ਜਣੇ ਹੋ ਤੇ ਸਾਹਮਣੇ ਆਪਣੀਆਂ ਫੋਟੋਆਂ ਲਾ ਕੇ ਸਾਹਮਣੇ ਵੀਡੀਓ ਕਾਲ ਕਰੋ ਤੁਸੀਂ ਜਿਹੜੀਆਂ ਕਿਰਪਾਨਾਂ ਲੈ ਕੇ ਫਿਰਦੇ ਪਏ ਤੁਹਾਡੀ ਭੈਣ ਦੇ ਫੁੱਦੇ 'ਚ ਕਿਰਪਾਨਾਂ ਤੁੰਨ ਸੜਾਂਗੇ ਉਹਨੂੰ ਛੱਡੋ ਉਹਨਾਂ ਦੀ ਮੇਰੇ ਨਾਲ ਸੁਲਾ ਹੋ ਗਈ ਹੁਣ ਸਾਰਾ ਕੁਝ ਬੰਦ ਹੋ ਜਾਏਗਾ ਉਹ ਬਾਬਾ ਤੇਰੀ ਭੈਣ ਦੇ ਫੁੱਦੇ 'ਚ ਆਲੂ ਭੱਲੇ ਲਾਵਾਂ ਆਰਾਮ ਖੋਰਾ ਇਹ ਜਣੇ ਖਣੇ ਭੈਣ ਚੋਦ ਸਾਡੀਆਂ ਕਿਤਾਬਾਂ ਲੈ ਕੇ ਆ ਜਾਂਦੇ ਨੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਇਹ ਭੈਣ ਚੋਦ ਹਰ ਬੰਦਾ ਜਿਹੜਾ ਉਹਨਾਂ ਲਗਾ ਆਉਂਦਾ ਸਾਡੇ ਦੀਨ ਇਸਲਾਮ ਤੇ ਆਣ ਕੇ ਅਟੈਕ ਕਰਨਾ ਸ਼ੁਰੂ ਕਰ ਛੱਡਦੇ ਨੇ ਭੈਣ ਚੋਦੋ ਬਾਬੇ ਵੇ ਤੇਰੀ ਭੈਣ ਨੂੰ ਲੁੱਲ ਕੈਸਾ ਵੱਜਦਾ ਤੈਨੂੰ ਸੋਤੇ ਦੀ ਸੋਚ ਤੋਂ ਵੱਧ ਕੇ ਤੇਰੀ ਮਾਂ ਨੂੰ ਲੁੱਲ ਮਾਰਾਂਗੇ ਮਜਬੂਰ ਹੋ ਕੇ ਅੱਜ कर माफी मांगो मजबूर होके ना गाना कटाइयां ने पप्पू मलक आ गया मत देना गाली दोगे ये छोड़ देंगे पूरा खानदान मिर्जे से शुरू होंगे पप्पू मलक गल सुन ਇੱਥੇ ਹੁਣ ਸਾਰੇ ਚੁੱਪ ਕਰ ਜਾਓ ਪੱਪੂ ਮਲਕ ਮੈਨੂੰ ਇੱਥੇ ਗੱਲ ਦੱਸ ਬੰਦੇ ਨੇ ਆਖਿਆ ਬੜੇ ਬਾਇਜ਼ਤ ਬੰਦੇ ਨੇ ਆਖਿਆ ਸ਼ਾਇਦ ਤੈਨੂੰ ਬੁਲਾ ਉਸ ਬੰਦੇ ਵਾਸਤੇ ਮੈਂ ਆਇਆ ਜੀ ਸਰ ਅੱਛਾ ਪੱਪੂ ਮਲਕ ਸਾਹਿਬ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਕੋਈ ਗੁਫ਼ਤਗੂ ਨਹੀਂ ਕਰਦਾ ਤੁਹਾਡੇ ਬਾਰੇ ਚ ਕੋਈ ਐਸਾ ਫਤਵਾ ਨਹੀਂ ਜਾਰੀ ਕਰਦੇ ਅਸੀਂ ਸਿਰਫ ਤੁਸੀਂ ਇੰਨਾ ਕਹਿ ਦਵੋ ਕਿ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਮੇਰੀ ਫੈਮਿਲੀ ਦੇ ਵਿੱਚ ਕੋਈ ਐਸਾ ਕਾਦੀਆਨੀ ਨਹੀਂ ਹੈ ਠੀਕ ਹੈ ਤੇ ਮੇਰੀ ਵੋਟੀ ਵੀ ਕਾਦੀਆਨੀ ਨਹੀਂ ਕਲਮਾ ਪੜ੍ਹ ਕੇ ਇੱਥੇ ਕਹਿ ਦੇ देखो यार सारे बंदे सुन रहे ने मैं मुफ्ती ज़ैद साहब शायद या आई थिंक ज़ैद यार मैं तेनू जेडी गल कीती है ओही तेनू मुनाफिक कहंदे सन पे ठीक है तू जेडी मैं तेनू गल कीती है तू कह देना इत्थे 59 बंदे सुन लेने पे यार शायद तू इतना इंपॉर्टेंट नहीं है कि मैं अल्लाह दा कलमा तेरे वास्ते मैं पढ़ा ठीक है मैं एक दफा पढ़ चुका मुफ्ती साहब ये बस इनफ है मैं मुसलमान हाँ मेरी अगर फैमिली च कोई बंदा कादियानी है वे ਤੇ ਉਹ ਅੱਲਾ ਤੇ ਸਾਡਾ ਮਾਮਲਾ ਹੈ ਤੇਰਾ ਮਾਮਲਾ ਨਹੀਂ ਹੈ ਠੀਕ ਹੈ ਬਹਿਰਹਾਲ ਮੈਂ ਸਭ ਭਰਾਵਾਂ ਨੂੰ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਨਾ ਮੈਂ ਨਾ ਮੇਰੀ ਫੈਮਿਲੀ 'ਚ ਕੋਈ ਬੰਦਾ ਕਾਦੀਆਨੀ ਨਹੀਂ ਹੈ ਅਸੀਂ ਅੱਲਾ ਦਾ ਕਰੇ ਨਾ ਕਾਦੀਆਨੀ ਸੀ ਨਾ ਹੈ ਨਾ ਅੱਲਾ ਕਰੇ ਜ਼ਿੰਦਗੀ 'ਚ ਕਦੀ ਹੋਏ ਹਾਂ ਮੈਂ ਪਹਿਲੇ ਵੀ ਕਈ ਦਫਾ ਦੱਸ ਚੁੱਕਿਆ ਮੇਰੇ ਨਾਨਾ ਬੋ ਅੱਲਾ ਜੰਨਤ ਨਸੀਬ ਕਰੇ ਉਹਨਾਂ ਦੇ ਦੋ ਭੈਣਾਂ ਸਨ ਇੱਕ ਫੌਤ ਹੋ ਗਏ ਨੇ ਇੱਕ ਅਜੇ ਸ਼ਾਇਦ ਹਯਾਤ ਹੈ ਸਾਨੂੰ ਪਤਾ ਹੀ ਨਹੀਂ ਸਾਡਾ ਉਹਨਾਂ ਨੂੰ ਪਤਾ ਲੱਗਦੀ ਉਹਨਾਂ ਦੀ ਅਗਲੀ ਨਸਲ ਮੁਸਲਮਾਨ ਹੋ ਗਈ ਹੈ ਬਸ ਉਹ ਵੀ ਯਾਰ ਉਹ ਲਾਹੌਰ 'ਚ ਤੇ ਬਹੁਤ ਦੂਰ ਦਾ ਸਾਨੂੰ ਨਾ ਮਿਲਿਆ ਨਾ ਕੁਝ ਨਾ ਕਾਜ ਉਹ ਪੁਰਾਣੇ ਸਾਦੇ ਜ਼ਮਾਨੇ ਸਨ ਜਦੋਂ ਪਾਕਿਸਤਾਨ ਦੀ ਤਕਸੀਮ ਦੀ ਗੱਲ ਹੈ ਉਦੋਂ ਦੀ ਉਹਨਾਂ ਦਿਨਾਂ 'ਚ ਉਹ ਹੋ ਗਏ ਸਨ ਅੱਧੇ ਨਾਲੋਂ ਜ਼ਿਆਦਾ ਉਹਨਾਂ ਦੀ ਨੌਜਵਾਨ ਨਸਲ ਜਿਹੜੀ ਹੈ ਮੁਸਲਮਾਨ ਹੋ ਗਈ ਤੇ ਤੁਹਾਡੇ ਗਾਲੀ ਇਬਾਦਤ ਦੀ ਵਜ੍ਹਾ ਨਾਲ ਨਹੀਂ ਹੋਈ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਸਾਡੇ ਵੱਡਿਆਂ ਨੇ ਸਾਡੇ ਜਿਹੜੇ ਆਲਮ ਸਾਡੇ ਵੀ ਅਲਹਮਦੁਲਿਲਾ ਫੈਮਿਲੀ 'ਚ ਹੈ ਨੇ ਤੇ ਜ਼ਿਆਦਾ ਮੋਸਟਲੀ ਜਿਹੜੇ ਨਾ ਬਰੇਲਵੀ ਮਕਤਬਾ ਫਿਕਰ ਵਿੱਚ ਨੇ ਮੇਰੇ ਜਿਹੜੇ ਮਾਮੂ ਨੇ ਅੱਲਾਹ ਤਾਲਾ ਜੰਨਤ ਨਸੀਬ ਕਰੇ ਉਹ ਬੜੇ ਵੱਡੇ ਦਾਈ ਸਨ
ਕੈਨੇਡਾ ਹੁੰਦੇ ਸਨ, ਉਹ ਸਬਜ਼ ਪਗੜੀਆਂ ਲੈਣ ਨਾਲ ਆਉਂਦੇ ਸਨ, ਤੇ ਉਹਨਾਂ ਨੇ ਬਸ ਅੱਲਾਹ ਤਾਲਾ ਦਾ ਹੁਕਮ ਹੁੰਦਾ ਦੇਣਾ ਅਦਾ ਹੈ, ਤੇ ਉਹਨਾਂ ਦੇਣੀ ਹੁੰਦੀ ਹੈ। ਉਹਨਾਂ ਅੱਛੇ ਤਰੀਕੇ ਨਾਲ ਤੁਹਾਡੀ ਤਰ੍ਹਾਂ ਗਾਲੀਆਂ ਕੱਢ ਕੇ ਨਹੀਂ, ਉਹਨਾਂ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਇਸਲਾਮ ਦੀ ਤਰਫ ਲੈ ਕੇ ਆਏ। ਬਾਕੀ ਮੈਂ ਅੱਲਾਹ ਨੂੰ ਹਜ਼ਰ ਲਾ ਕੇ ਨਹੀਂ, ਮੈਂ ਤੈਨੂੰ ਇੱਕ ਵੀ ਗਾਲ ਕੱਢੀ ਹੈ ਕਲਮਾ ਨਹੀਂ ਸੁਣੋ, ਅੱਛਾ ਚੱਲ ਠੀਕ, ਹੁਣ ਸੁਣ ਲਈ ਨਾ ਮੈਂ ਤੇਰੀ ਗੱਲ, ਹੁਣ ਇੱਧਰ ਵੀ ਸੁਣ ਲੈਣਾ। ਮੈਂ ਤੁਹਾਡੇ ਵਾਲੇ ਕਲਮਾ ਚੁੱਕਾ ਜੀ ਜੀ। ਔਰ ਰੁਕ ਤੇ ਜਾ ਨਾ, ਮੈਂ ਤੈਨੂੰ ਗਾਲੀਆਂ ਕੱਢਣ ਵਾਸਤੇ ਨਹੀਂ ਬੁਲਾਇਆ, ਠੀਕ ਹੈ। ਉਹ ਬਾਬਾ ਪਤਾ ਨਹੀਂ ਕੌਣ ਹੈ, ਕਿਹੜੀ ਗੰਦੇ ਨੁਤਫੇ ਦਾ ਵੇ, ਠੀਕ ਹੈ, ਆਂਦਿਆਂ ਸਾਰਿਆਂ ਨੇ ਮੈਨੂੰ ਗਾਲਾਂ ਕੱਢੀਆਂ for no reason, I don't know who the hell is this, ਠੀਕ ਹੈ। ਤੇ ਤੇਰੇ ਨਾਲ ਮੈਨੂੰ ਸਿਰਫ ਇਹ ਸੀ ਕਿ ਅੱਜ ਮੇਰਾ ਮੂਡ ਚੰਗਾ ਸੀ, ਮੈਂ ਕਿਹਾ ਚੱਲ ਯਾਰ ਇਹਨੂੰ ਜਿਹੜਾ ਨਾ ਇਹਦਾ ਪੁੱਛ ਹੀ ਲਈਏ, ਤੇ ਇਹਦੇ ਤੋਂ ਬਾਅਦ ਇਹਨੂੰ ਜਿਹੜਾ ਵੇ ਫਰਕ ਕਰੀਏ, ਕਿਉਂਕਿ ਸਾਡੇ ਕੋਲ ਵੀ ਇੰਨਾ ਟਾਈਮ ਹੈ ਨਹੀਂ। ਅੱਛਾ, ਹੁਣ ਇੱਕ ਹੋਰ ਚੀਜ਼ ਮੈਂ ਪੁੱਛਣਾ ਚਾਹੁੰਦਾ ਤੇਰੇ ਕੋਲੋਂ ਕਿ ਤੂੰ ਕਿਉਂ 90% ਮਰਜ਼ਈਆਂ ਵਾਲਾ ਕੰਮ ਤੂੰ ਕਿਉਂ ਕਰਨਾ ਪਿਆ? ਮੈਂ ਅਲਹਮਦੁਲਿਲਾ 100% ਮੁਸਲਮਾਨਾਂ ਦਾ ਕੰਮ ਕਰ ਰਿਹਾ, ਜਿੰਨੀ ਮੇਰੀ ਅਕਲ ਹੈ, ਸਮਝ ਹੈ, ਤੇ ਜਿੰਨਾ ਮੈਨੂੰ ਨੌਲੇਜ ਹੈ, ਮੈਂ ਉਹਦੇ ਮੁਤਾਬਕ ਮੁਸਲਮਾਨਾਂ ਦਾ ਕੰਮ ਕਰ ਰਿਹਾ। ਇਸਲਾਮ ਦੀ ਜੜਾ ਮੇਰੇ ਕੋਲ ਹੈ ਵੇ, ਖੈਰ ਮੈਂ ਕੀ ਤਾਲੀਮ ਦੇਣੀ ਹੈ, ਉਹ ਤਾਂ ਜ਼ਾਹਿਰ ਬੜੇ ਇੱਥੇ ਬੈਠੇ ਹੋਏ ਨੇ, ਬਸ ਆਪਣੀ ਇੱਕ ਰਾਏ ਹੁੰਦੀ ਹੈ। ਮੇਰੀ ਅਗਰ ਕਿਸੇ ਰਾਏ ਨਾਲ ਕਿਸੇ ਭਰਾ ਨੂੰ ਇਖਤਲਾਫ ਹੈ ਤੇ ਠੀਕ ਹੈ ਨਾ ਯਾਰ, ਲੇਕਿਨ ਯਾਰ ਬੇਸ਼ਰਮਾ ਕਿਸੇ ਦੀ ਨਹੀਂ, ਮੈਂ ਕਿਸੇ ਦੀ ਸ਼ਾਇਦ ਲਿਸਨ 60 ਬੰਦੇ ਸੁਣਨੇ ਨੇ ਪਿਛਲੇ ਦਿਨਾਂ ਚ ਨਾ, ਜੱਟ ਨੇ ਸਾਡੀ ਤੁਹਾਡੀ ਜਿਹੜੀ ਹੈ ਨਾ, ਪਤਾ ਨਹੀਂ ਤੁਹਾਡੀ ਹਮਸ਼ੀਰਾ ਸੀ ਕਿ ਵਾਈਫ ਸੀ, ਉਹਦੀ ਕੋਈ ਤਸਵੀਰ ਲਾ ਕੇ ਆ ਉਹਨੇ ਕੋਈ ਬਿਊਟੀ ਪਾਰਲਰ ਦਾ ਬਦਤਮੀਜ਼ੀ ਕਰ ਰਿਹਾ। ਮੇਰੀ ਜ਼ਾਤ ਤੇ ਕੋਈ ਫਰਕ ਨਹੀਂ ਪੈਂਦਾ। ਮੈਂ ਉੱਥੇ ਗਿਆ, ਮੈਂ ਉਹਨੂੰ ਆਖਿਆ, ਮੈਂ ਕਿਹਾ ਯਾਰ ਉਹ ਵੀ ਸਾਡੀ ਭੈਣ ਹੈ, ਤੂੰ ਕਿਉਂ ਉਹਨੀ ਸ਼ਾਇਦ ਤੈਨੂੰ ਗਾਲਾਂ ਕੱਢਦਾ ਹੈ? ਉਹ ਮੈਂ ਕਿਹਾ ਜੋ ਵੀ ਇਹ ਸ਼ਾਇਦ ਦਾ ਤੇ ਮੇਰਾ ਮਾਮਲਾ ਹੈ, ਲੇਕਿਨ ਤੂੰ ਜਿਹੜਾ ਨਾ ਕਿਸੇ ਦੀ ਮਾਂ ਭੈਣ ਦੀ ਇੱਥੇ ਤਸਵੀਰ ਨਾ ਲਾ। ਮਕਸਦ ਮੇਰਾ ਇਹ ਅਸੀਂ ਇੱਕ ਦੂਜੇ ਨਾਲ ਕਰੀਏ, ਤੇ ਅਸੀਂ ਲਾਜ਼ਮੀ ਕਿਸੇ ਦੀ ਮਾਂ ਭੈਣ ਨੂੰ ਗਾਲ ਕਰੀਏ। लो जी सुभान अल्लाह, नवा कटा खोल गया जी। जाहिल खानदान का जाहिल सास पुश्तों में इसके कोई ना आलिम दीन रहा होगा, ये क्या है? पीर साहब नहीं भाई, मेरी बात पीर साहब वो बात वो खत्म कर रहे हैं भाई। ये मेरे बाप को लानत कर सकता है, मुझे लानत करता है, मेरे वालिद को लानत करता है, नहीं वो माजरत कर लेगा, नहीं माजरत कर लेगा है। लेकिन अहमद रजा क्या इसका चाचा है? उसको क्या नाम है वो लानती, क्या नाम है इसका? गुलाम अहमद कादियानी इसका चाचा है, इसलिए लानतें नहीं करता? बताइए। आज इसने मुझ पे भी लानत की, मेरे वालिद मुहतरम पे भी लानत की, जबकि हम जिद्दी पुश्ती जो है वो आलिम दीन, जिद्दी पुश्ती, ये तो पप्पू को ऐसे नहीं करना चाहिए। हकीम उलमा कहा जाता है, अशरफ अली थानवी इसने ये कह रहा है उस पे लानत की, तो ये अपने चाचा पे लानत नहीं कर रहा, क्या उसका चाचा है? यही तो बात होगी। नहीं पीर साहब, ये पूछ लेते हैं बिला वजह पप्पू मतलब है ब्रेकें अपनी ग्रीस करा के एकदम से दौड़ नहीं पड़ना चाहिए, एहतियात। बात सुने बच्चे मेरे, बात सुनो, यकीन करो। आप मुझे कहते हैं कि ये डिफेंड करता है पप्पू को, मैं कहता हूँ पप्पू काबिल इस्लाह है। आप में थोड़ी सी ट्यूनिंग का फ़र्क है। आप असल में मिर्ज़ा इंजीनियर के ऊपर कहते हैं उसको दफ़ा करो। आप अपने फहम से जब बात करेंगे ना, वो दुरुस्त नहीं होगी। आप अपना जहन इसमें ना लड़ाएं, खामोश होकर पहले आप एकदम से ना बात कर देते हैं, बिल्कुल पटड़ी से उतर के। इस तरह से नहीं करना चाहिए। आप बग़ैर मसाइल को समझे हुए, बग़ैर फ़हम रखे हुए एकदम से कह देते हैं अच्छा ये मेरी बात समझ में नहीं आ रही, और लानत भेजो फलाने पे, फलान ये कर दो, फलान ये कर दो। और फिर आप अपने मुसलमान भाइयों के ऊपर लानत करके क्या कमाना चाह रहे हैं कि जो क्लियरली लंबी दीन इस्लाम के मुबल्लिगीन ने बहसें करके जो मिर्ज़ाइयों को वो एक तरफ किया हुआ है, आप कहते हैं नहीं जनाब उनके लिए तो सॉफ्ट कॉर्नर रखें। उसको तो मैं नहीं कहूँगा, हम दिल आज़ारी नहीं करना चाहते। करोड़ों अरबों मुसलमानों की तो आप एक मिनट मेरा एक मिनट, मुफ्ती साहब, करोड़ों अरबों मुसलमानों के दिलों की तो आप दिल आज़ारी कर रहे हैं। एक छोटी सी कम्युनिटी की आप दिल आज़ारी नहीं करना चाहते कि जो पक्के ठके फारे हो गए हैं। इस तरह ना किया करें पप्पू भाई। मोहतरम भाई, सुन तो लीजिए अल्लाह के लिए।
अल्लाह आपको जज़ाए खैर दे। क्या हाल भाई? लेकिन कोई भाई इस वक्त समझाने की बात करे, मलामत ना करे। पप्पू हमारा छोटा है, वो समझ नहीं आ रहा। जी जी, क्या बात है मुर्तज़ा बान साहब, मैं पप्पू ਨੂੰ ਇੱਕ ਗਾਲ ਨਹੀਂ ਕੱਢੀ, ਠੀਕ ਹੈ? अच्छा भाई, पप्पू ਨੂੰ मैं ਇੱਕ ਗਾਲ नहीं ਕੱਢੀ। बात करने की इजाजत है या नहीं? जी जी बोलें। अच्छा, बात यह है पप्पू अपने वक्त में जो भी बोलेगा मैं जवाब नहीं दूंगा, उसको गाली नहीं दूंगा उसका, क्योंकि गाली जो है वो जाहिल खानदान का जाहिल गवार इंसान देता है, उलमाए दीन को उन पे लानतें करता है। आज सुबह इसने अशरफ अली तानवी, जिसको हकीम उलमा कहा जाता है, उसको इसने लानत की, और सिर्फ इस वजह से कि वो कोई गलत फतवा है। शरीयत में हमें इजाज़त दी है, उलमाए दीन के फतावाजात वहाँ गलत भी होती हैं, फिर भी वो माजूर होते हैं इंदल्लाह, वो फिर भी माजूर होते हैं। भाई आपका सिर्फ इतना ही कह सकते हो कि ये फतवा गलत है, ठीक है, आप नहीं मानते, अच्छी बात है, लेकिन आप उसको लानत करेंगे। चलें, आपने लानत कर दिया। दूसरी बात, मेरे वालिद मोहतरम को लानत कर दिया, मुझ पे लानत कर दी आज ही, और अक्सर जो है बरोड़ों पे ये मुसलमानों पे लानत करता है। अगर इससे ये पूछा जाए कि गुलाम अहमद कादियानी पे लानत करो, ये कहता मैं लानत नहीं करूँगा, तो ज़ाहिरी बात है उसकी कोई ख़ास रिश्तेदारी होगी ना, कि उस पे लानत नहीं कर रहा है, सब पे लानत कर रहा है, उस पे लानत नहीं कर रहा। भाई हमारा गुनाह इतना बड़ा है कि आप हम पे लानत करें, और गुलाम अहमद कादियानी का कोई गुनाह नहीं, उसको कोई लानत नहीं करेंगे आप। इसने कादियानियों के सामने मेरी मौजूदगी में ये कहा, सिर्फ बात तो मेरी मुकम्मल होने दीजिए। बात इधर पता नहीं दूसरी मैं कहता हूँ, पप्पू साहब पीर हक्कानी साहब दी गल पूरी होंदी है, जाहिल खानदान के जाहिल गवार इंसान है। 7 पुश्तों तक तुम्हारे खानदान में कोई आलिम दीन नहीं रहा होगा, नहीं गुजरा होगा, इसलिए तुम इस तरह की जहालत दिखाते हो और बकेरते हो। तुम्हें उलमाए दीन के बारे में मालूम ही नहीं कि वो कौन है, वो वरसतुल अंबिया हैं, तुम कुला डुला उनको गाली देते हो। मेरे वालिद मोहतरम ने आपका क्या बिगाड़ा? मैं कहता हूँ वो जिद्दी पुश्ती आलिम दीन है, जिद्दी पुश्ती। यार जो किसी की बेटी के ऊपर आवाज बदल के बोहतान लगाने की कोशिश कराओ, अल्लाह मेरे खानदान में ऐसा आलम पैदा ही ना करे। मैं दुआ करता हूँ, जज़ाकल्लाह खैर सर, हमें ऐसा आलम चाहिए भी नहीं। शुक्रिया। उस वक्त तुम जो है कहाँ कादियान में थे जब उन्होंने मेरे माँ को गाली दी, मेरे बाप को गाली दी, मेरे बीवी को गाली दी, मेरे बहन को गाली दी। उस वक्त तुम कादियान में पूजा करने गए थे अपने चाचा के पास, बच्चों को गाली दी। हाँ, उस वक्त तुम अपने चाचा के यहाँ गए हुए थे उसकी ज़ियारत करने, कब्र चाटने के लिए। नहीं सुनी, क्योंकि तू बेहरा है, क्योंकि तू बेहरा है। किसी की बेटी को, तो तुम्हारे पास क्या सबूत है? बेटी को, किसी के बेटी को, जाहिल खानदान के जाहिल गवार इंसान। अच्छा, अभी हमारे पे लगाया था, तूने किसी के बेटी को, किसी का बेटी जो है मेरी बेटी से आला है, वो कादियानी का बेटी, कादियानी का बाप मेरे वाले से बड़ा है, मेरे वालदा से कादियान के वालदा बड़ा है। जाहिल खानदान का जाहिल गवार पप्पू ऐसा करो, तुम माफी मांगो यार, किस्सा खत्म करो, खामखा यार तुमने काम गंदा किया। और सुनो, जब सरदार आला ने बहतान लगाया है, क्या बहतान लगाया है? सुनो, जाहिल खानदान के जाहिल गवार इंसान, भाईजान मेरी बात सुन लीजिए, शाहिद भाई, जब बात हो रही थी सरदार आला के बरोड़ पे, जब बात हो रही थी, इस्लाम तू जानता है इस्लाम क्या है? जाहिल खानदान के जाहिल गवार इंसान, तू जानता है इस्लाम? तू एक आलिम दीन को इस्लाम सिखाएगा? अपने औकात में रहो। साहब ਤੁਸੀਂ नीचे बैठ के ते सुनते हो पे, प्लीज ਉੱਤੇ ਆਓ। ਤੁਸੀਂ ਅੱਜ ਜਿਹੜਾ ਨਾ ਇਸ ਚੀਜ਼ ਦਾ फैसला करिए, ठीक है? बस जब बात हो रही थी सरदार आला के बरोड़ पे, वहां सरदार आला ने हजरत ईसा अलैहिस्सलाम के आमद को तख्त मश्क बनाया हुआ था। 3 दिन वो क्या कह रहा है कि देखो हजरत ईसा के आमद के मुसलमान कायल हैं, तो कुछ ख़वातीन होने चाहिए, वो पकवान पकाएंगी, अच्छे अच्छे खाने बनाएंगी, कुछ ड्राइवर होने चाहिए, अच्छे अच्छे गाड़ियाँ, अच्छे अच्छे कैमरेमैन, वहाँ बड़े बड़े उलमा, ये सब जो है आकर कैमरा लगा के आसमान की तरफ देखते रहें, ताकते रहें, क्योंकि हजरत ईसा आने वाले हैं। हजरत ईसा आने वाले, उनके जो है बड़े ही धूमधाम से उसके जो है वो क्या करना चाहिए,
इस्तकबाल कर लेना चाहिए। एक अच्छा काम है, अच्छा धंधा है, पैसा भी आएगा, पैसा भी मिलेगा, बहुत बड़े कारोबार का एक दरवाज़ा खुल जाएगा, ये करो। तुम लोग वहाँ सब जो है हंस रहे थे। तू और कश्मीरी, तुम लोगों का ईमान कहाँ चला गया था जी? नहीं आप कह रही रखे। उस वक्त तुम लोगों का मुसलमान अपने आप को कहते हो जाहिल खानदान के जाहिल गवार इंसान, जब वो नबी अलैहिस्सलाम पे तंज कर रहा था, उस हदीस पर तंज कर रहा था जो नबी ने पेशन गोई की है, हजरत ईसा पे तंज कर रहा था, 3 दिन रातों तुम लोगों ने मुंह खोला, बल्कि हंस रहे थे उल्टा। जब मैंने गिरफ्त की सरदार आला की, मैंने कहा अगर तुमने वाकईतन इस्तकबाल करना है अपने बाप का करो, अपने बाप के लिए लड़कियों को जमा करो, एयरपोर्ट बनाओ, कैमरे लगा लो और उसका इस्तकबाल करो, वहां डांस के शो भी करो। तब तुमने और कश्मीरी ने कहा देखो आसकानी कितना बड़ा दज्जाल, कज्जाब, खबीस, जाहिल है। क्या कर रहा है? हुसैनी को गाली दे रहा है। तुम लोगों के ईमान पर, जब वो नबी पर तंज कर रहा है, जब वो नबी अलैहिस्सलाम के हदीस पे तंज कर रहा है, जब वो हजरत ईसा के बारे में तंज कर रहा है, उस वक्त तुम मरे हुए थे। बताओ जाहिल खानदान के जाहिल गवार इंसान। इसी तरह मलक पीर अस्कानी साहब, जस्ट गिव मी 1 मिनट, 1 मिनट मुझे दीजिएगा। पप्पू मलक, तुझे पता मैं हुसैनी की लाइव पे क्यों नहीं जाता? उस शख्स ने एक दफा जब डॉक्टर होली स्पिरिट साहब को इमरान कालू ने गाली दी थी, तो मैं उसकी लाइव पे गया, मुझे वहां पे मिला तलत मलक। मैंने यार इसको ऊपर बुलाओ, नहीं पप्पू, मैं तो उससे प्यार से बात कर रहा हूँ, ठीक है? मैं कोई गाली नहीं दे रहा, कोई कुछ नहीं कर रहा, तुझे सिर्फ समझा रहा हूँ कि हमारे आलम दीन को जिस तरह से ये अब्यूजिंग करते हैं। पप्पू ऊपर आ कॉल पे। अच्छा जनाब, उस दिन मुझे तलत मलक मिला, मुझे डॉक्टर होली स्पिरिट साहब का गुस्सा था, तो मैंने जनाब तलत मलक की लाइव पे बैठ के, तो नहीं हुसैनी की लाइव पे बैठ के तलत मलक को उसकी माँ बहन एक थी, जब उस बेगैरत के बच्चे हुसैनी ने मुझे अपनी लाइव से उतारा, और पता क्या कह के उतारा था? मैं उसको गालियां दे रहा था, उस बेगैरत शख्स को, और इस हंजीर के बच्चे, किसी हराम की नस्ल ने ये अल्फाज कह के नीचे उतारा कि ये नबी की सीरत बयान कर रहे थे। उसके बाद से मैंने हुसैनी की मौत पे भी थूकना, मेरा थूक ज्यादा कीमती है उस जंदीक शख्स से। मोहतरम शाह साहब, उसके बाद कसम से मैं कभी भी उसकी लाइफ पे थूकता नहीं हूँ। भाई शाहिद भाई, मेरी आवाज आ रही है आप तक? जी आ रही है। मैं कह रहा हूँ 3 दिन तक हुसैनी ने नबी अलैहिस्सलाम की इस हदीस को लेकर मजाक करता रहा और कादियानी हंसते रहे, और ये कश्मीरी और पप्पू वहाँ पर भी दान दिखाते रहे। इसी तरह हज़रत ईसा के आमद पर भी ये बहस करके टट्टा और मजाक और हंसते रहे, और ये जो है वहाँ बैठ के चस्कियाँ ले रहे थे। इनको हया नहीं आया, इनको गैरत नहीं आया, इनके गैरत और ईमान ने जोश नहीं मारा, क्योंकि नबी पे बात हो रही थी, हज़रत ईसा पे बात हो रही थी। जब मैंने इनके गुरु घंटाल हुसैनी की गिरफ्त की कि हुसैनी जी तुमने शो करना है, इस्तकबाल करना है, अपने बाप का करो, अपने बीवी का करो, अपने ख़ानदान का करो, तो ये आए कहने लगे, ये और कश्मीरी, आसकानी कितना बड़ा खबीस और दज्जाल है, गालीबाज है, क्योंकि इसने हमारे गुरु घंटाल को कहा है, और गुरु घंटाल ने कोई जवाब नहीं दिया। अबे वो जाहिलो, अबे वो जाहिल ख़ानदान के जाहिल गवार लोगों, उस इंसान को मैंने इसलिए कहा था क्योंकि उसने नबी अलैहिस्सलाम के शान में गुस्ताखी की थी, उस हदीस के बारे में तंज़ और मजाक किया था। जाहिलो, इसी तरह जब हुसैनी जी ने उस हदीस का इनकार कर दिया जिसमें नाच गाने के मामले में आया है, तब मैंने गिरफ्त की थी, तब तुम लोगों ने आया, आसकानी बड़ा बदइखलाक है। देखो हमारा गुरु घंटाल हुसैनी कितना जो है इखलाक और सलाहियत इंसान है, जवाब ही नहीं दे रहा। कासिम साहब जरा मैनू पप्पू मलक ना गल कर लें दियो प्लीज। ओ ना फैज, ए ना फैज भाई ने बड़ा करया देखो। तो
मैं ठीक है करना भाई। दे, मैं जरा पप्पू नु मुझे जरा ऊपर लेने दें। आज जो फैसला हो ना, आज फैसला होना चाहिए, ठीक है, कि पप्पू मलक या आज आप तो इनसे आज पूछ के लीजिए। बाद किसी भी आलम दीन की गुफ्तगू में तू इंटरफेयर नहीं करेगा। अगर तूने कोई भी ऐसा काम किया ना, ठीक है पप्पू मलक, कॉल पे आ। पप्पू आजा, गालियां दे दे, पप्पू तुम्हें जवाब नहीं देंगे। पप्पू नु चुपो कॉल दे उत्ते यार। जवाब नहीं आ देंगे। रहा अपने भाई इस तरह ये नहीं चुप रहा अपना मुर्तजा रहमान साहब, अजे तक मैं कोई डिसरिस्पेक्ट नहीं की थी पप्पू दी, नहीं, सिर्फ ਤੁਹਾਡੇ ਮੂੰਹ ਨਾਲ। बिल्कुल बिल्कुल ठीक है? अच्छी बात है, अच्छी सिर्फ बात है, ਤੁਹਾਡੇ ਮੂੰਹ ਨਾਲ। जज़ाकल्लाह। ठीक है, मुफ्ती ਤੇ साहब ਜਿਹੜੀ ਵੀ माशाल्लाह ਗੱਲ बैठे हुए ਕਰਨੇ ਆ हैं, ਸਾਰੇ पीर ਪ੍ਰੂਫ साहब ਤੁਹਾਨੂੰ ਦੇਣੇ ਆ ਪਏ, ਵੀ ਸਾਰੇ ਪ੍ਰੂਫ नहीं ਤੁਹਾਨੂੰ कोई देने पे प्रूफ कि हर वाली आलम दीन जब बात खत्म जी। करनी है, जब बात खत्म करनी है तो उसको खत्म ही करना है। पप्पू किस तरह से? बस थोड़ा सा उसकी किस तरह से खत्म होगा भाईजान? साहब गल सुनो मेरी, ਕਿਹੜੇ ਕਮੀ ਪਾਏ ਹੋਏ ਜੇ ਤੁਸੀਂ? ਨਹੀਂ ਮੁਫਤੀ ਸਾਹਿਬ, ਅੱਜ ਜਿਹੜਾ ਨਾ, ਅੱਜ ਇੱਕ ਕੱਟਾ ਕੱਟਣਾ ਵੇ। ਆਬਾਦ ਸਾਹਿਬ ਅਜੇ ਤੁਹਾਨੂੰ ਕਾਲ ਤੇ ਨਹੀਂ ਲੈਣਾ, ਤੁਸੀਂ ਰਾਤੀ 9 ਵਜੇ ਆਈਓ। ਮੁਫਤੀ ਸਾਹਿਬ ਗੱਲ ਪਤਾ ਕੀ ਹੁੰਦੀ ਹੈ? ਮੁਫਤੀ ਸਾਹਿਬ ਇੱਕ ਸੈਕਿੰਡ, मुफ्ती साहब एक सेकंड, मुफ्ती साहब सुनते लो ना, मुफ्ती साहब सुन लो, मुफ्ती साहब प्लीज एक मेरी हम्बल जी रिक्वेस्ट सुन लो। ਇੱਥੇ ਜਿੰਨੇ ਵੀ ਬੰਦੇ ਨੇ ਨਾ, ਸਾਰਿਆਂ ਨੂੰ ਇੱਕ ਚੀਜ਼ ਦੱਸਣੀ ਚਾਹੁੰਦੇ ਆ ਕਿ ਪੱਪੂ ਮਲਕ ਦੇ ਨਾਲ ਅਸੀਂ ਪਿਛਲੇ 3 ਮਹੀਨੇ ਤੋਂ ਬੜੇ ਪਿਆਰ ਦੇ ਨਾਲ, ਸਲੂਕ ਦੇ ਨਾਲ ਉਹਦੇ ਨਾਲ ਗੱਲ ਕਰਨੇ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਨੇ ਆ ਪਏ, ਉਹਦੇ ਤੇ ਥੋੜਾ ਜਿਹਾ ਸਖਤ ਅਲਫਾਜ਼ ਵੀ ਯੂਜ਼ ਕੀਤੇ ਨੇ, ਲੇਕਿਨ ਅੱਜ ਫੇਰ ਉਹਨੂੰ ਆਖਰੀ ਮੌਕਾ ਦੇਣੇ ਆ ਕਿ ਕਿਸੇ ਵੀ ਆਲਮੇ ਦੀਨ ਦੇ ਜਦੋਂ ਕੋਈ ਉਹਨਾਂ ਦੇ ਗੁਫ਼ਤਗੂ ਹੋ ਰਹੀ ਹੈ ਤੇ ਤੁਸੀਂ ਆਪਣਾ ਵਿੱਚ ਉਸ਼ਕਲ ਨਾ ਤੁੰਨੋ। ਜੇ ਅੱਜ ਤੋਂ ਬਾਅਦ ਤੁਸੀਂ ਕਿਸੇ ਨਾਲ ਗੱਲ ਇਹੋ ਜਿਹੀ ਕੀਤੀ, ਆਲਮੇ ਦੀਨ ਦੀ ਇਨਸਲਟ ਕੀਤੀ, ਠੀਕ ਹੈ, ਤੇ ਫੇਰ ਵੇਖਿਓ ਕੀ ਹੁੰਦਾ। ਚਾਹੇ ਸਾਹਿਬ ਇੱਕ ਬੰਦਾ ਮਿਰਜ਼ੇ ਕਾਦੀਆਨੀ ਦੀ ਗੱਲ ਦੇ ਉੱਤੇ ਆ ਕੇ ਜਨਾਬ ਸੀਖ ਪਾ ਹੋ ਜਾਂਦਾ, ਉੱਤੇ ਲਾਨਤ ਨਹੀਂ ਭੇਜਣਾ ਚਾਹ ਰਿਹਾ, ਉਲਟਾ ਸਾਡੇ ਉਲਮਾ ਤੇ ਲਾਨਤ ਭੇਜ ਦਿੰਦਾ। ਤੁਸੀਂ ਕਿਹੜੇ ਮੂੰਹ ਨਾਲ ਜਨਾਬ ਉਹਨੂੰ ਮੌਕਾ ਦੇ ਰਹੇ ਹੋ? ਦੇਖੋ ਨਾ ਹੁੰਦਾ ਕਿ ਮੁਫਤੀ ਸਾਹਿਬ ਮੁਸਲਮਾਨ ਬਣ ਕੇ ਮੁਨਾਫਕਤ ਵਿਖਾ ਰਿਹਾ ਹੈ। ਤੁਹਾਡੇ ਨਾਲੋਂ ਜ਼ਿਆਦਾ ਇਹਦੇ ਨਾਲ ਨਰਮ ਰਵੱਈਆ ਮੈਂ ਇਖਤਿਆਰ ਕੀਤਾ ਸੀ ਜਦੋਂ ਤੁਹਾਡੀ ਬਰਾੜ ਤੇ ਸ਼ੁਰੂ ਕਰਦਾ ਰਿਹਾ, ਠੀਕ ਹੈ ਨਾ। ਔਰ ਮੈਂ ਫਿਰ ਜਿਸ ਵਕਤ ਦੀਆਂ ਹਰਕਤਾਂ ਵੇਖੀਆਂ ਨੇ, ਮੈਂ ਆਪ ਤਜਰਬਾ ਕੀਤਾ ਵੀ ਇਹ ਬੰਦਾ, ਇਹ ਕੁੱਤੇ ਦੀ ਪੂਛਲ ਵਾਲਾ ਇਹਦਾ ਹਿਸਾਬ ਹੈ, ਇਹ ਨਹੀਂ ਸਿੱਧਾ ਹੋ ਸਕਦਾ। ਯਾਰ ਦੇਖੋ ਮੇਰੇ ਮੈਨੂੰ ਕਹਿ ਰਿਹਾ ਵੀ ਤੁਹਾਡੇ ਤੇ ਦੁਬਾਰਾ ਲਾਈਵ ਛੱਡ ਕੇ ਨਾ ਤੇ ਦੁਬਾਰਾ ਵਾਪਸ ਆ। मुफ्ती साहब सलाम अलैकुम। वालेकुम सलाम। मेरे एक अर्ज सुन लीजिए। हो गया आपका भी। जी जी। खानदान का जाहल गवार इंसान पता है कादियानी में बैठकर क्या कह रहा था? अरे तुसी तो मुसलमान हो, तुसी तो 90% मुसलमान हो, और तुसी वल्लाह अल्लाह की कसम ये कह रहा था। पूछ लीजिए जाहिल खान तक ये बात पहुंची है। हाँ, और दूसरी बात ये कि तुम लोग रहन सहन में तुम लोगों का, साफ सफाई तुम लोगों का, सारा कुछ मुसलमानों से आला और अफजल है। मुसलमान तो बड़े गंदे हैं। ये जाहिल खानदान का जाहिल गवार इंसान इस तरह की बातें करता है। क्या ऐसा इस मुनाफिक के साथ हमारी कोई सुलह नहीं है, आपने करनी है तो अकेले कर लें और हमें फिर इजाजत दे दें। नहीं मुफ्ती साहब प्लीज, ਇੱਥੇ ਜਿਹੜਾ ਨਾ ਅੱਜ ਕੁਝ ਮੋਤਬਰ ਬੰਦੇ ਬੈਠੇ ਦੇ ਨੇ ਤੇ ਉਹਨਾਂ ਦੇ ਮੂੰਹ ਦੇ ਉੱਤੇ ਮੈਂ ਇੱਕ ਪ੍ਰੂਫ ਦੇਣਾ ਚਾਹੁੰਦਾ ਵਾਂ ਕਿ ਪੱਪੂ ਮਲਕ ਨੂੰ ਆਖਰੀ ਚਾਂਸ ਦਿੱਤਾ। ਬਾਦਸ਼ਾਹ ਭਾਈ ਇਹਦੇ रुको यार प्लीज। और ये पप्पू मलक के खानदान में कादियानी भी हैं, इसने माना है। अस्कानी साहब बात ये है कि चले खानदान में होना लगा बात